फिल इन ब्लैंक्स टिप्स। ये जो टिप्स ने ये रीडिंग एंड ਈਵਨ ਲਿਸਨਿੰਗ ਦੇ ਲਈ ਬੈਨੀਫੀਸ਼ੀਅਲ ਆ। ਇਹ ਹੈਲਪਫੁਲ ਹੋਣਗੇ ਜੇਕਰ ਆਪਾਂ ਇਹਨਾਂ 'ਤੇ ਫੋਕਸ ਕਰਕੇ ਰੀਡਿੰਗ ਨੂੰ ਕਰਦੇ ਹਾਂ। ਤੋ ਆਓ ਆਪਾਂ ਇਹਨਾਂ ਬਾਰੇ ਗੱਲ ਕਰੀਏ। ਆਲਸ ਅਕੈਡਮਿਕ ਰੀਡਿੰਗ ਕੰਟੇਨਸ ਮਤਲਬ ਕਿ 2700 ਤੋਂ 3600 ਵਰਡ ਹੁੰਦਾ ਆਲਸ ਅਕੈਡਮਿਕ ਰੀਡਿੰਗ ਦੇ ਵਿੱਚ। ਐਂਡ ਇਨ ਟੋਟਲ ਜੇਕਰ ਆਪਾਂ ਗੱਲ ਕਰੀਏ ਐਂਡ ਜਨਰਲ ਦੇ ਵਿੱਚ ਕੀ ਆ 2150 ਤੋਂ ਲੈ ਕੇ 2750 ਤੱਕ ਵਰਡ ਲਿਮਿਟ ਹੁੰਦੀ ਆ। ਤੋ ਜੇਕਰ ਈਚ ਪੈਸੇਜ ਦੀ ਗੱਲ ਆਪਾਂ ਕਰੀਏ ਰੀਡਿੰਗ ਦੇ ਵਿੱਚ ਤੇ ਕੰਸਿਸਟ ਆਫ ਅਰਾਊਂਡ 900 ਤੋਂ ਪਲੱਸ ਚਲੇ ਜਾਂਦੇ ਵਰਡ ਟੂ ਰੀਡ ਕਰਨ ਦੇ ਲਈ। ਬਟ ਕੈਂਡੀਡੇਟ ਲਈ ਪੋਸੀਬਲ ਨੀਗਾ ਕਿ ਉਹ ਇੰਨੇ ਵਰਡ ਨੂੰ ਪੜ੍ਹ ਸਕੇ ਸਮਝ ਸਕੇ। ਕੈਂਡੀਡੇਟ ਮਸਟ ਗੈਟ 20 ਮਿੰਟਸ ਹੀ ਮਿਲਦੇ ਉਹਨੂੰ ਟੂ ਈਚ ਪੈਸੇਜ ਟੂ ਰੀਡ ਇਨ ਰੀਡਿੰਗ ਹੈ ਨਾ। ਤੋ 20 ਮਿੰਟਸ ਦੇ ਵਿੱਚ ਇੰਨੇ ਵਰਡਿੰਗ ਨੂੰ ਪੜ੍ਹਨਾ ਇੰਨੀ ਨੂੰ ਉਹਨੂੰ ਸਮਝਣਾ ਇਟਸ ਵੈਰੀ ਟਫ ਆ। ਸੋ ਇਸ ਦੇ ਵਿੱਚ ਆਪਾਂ ਟੈਕਨੀਕ ਸਿੱਖਾਂਗੇ ਕਿ ਕਿਵੇਂ 20 ਮਿੰਟਸ ਦੇ ਵਿੱਚ ਆਪਾਂ ਜੇਕਰ 13 ਕੁਐਸਚਨ ਆ ਉਹਨਾਂ ਨੂੰ ਸੋਲਵ ਕਿੱਦਾਂ ਕਰ ਸਕਦੇ ਹਾਂ ਫਿਲਿੰਗ ਦ ਬਲੈਂਕਸ ਨੂੰ ਹੈ ਨਾ। ਤੋ ਉਹ ਚੀਜ਼ ਆਪਣੀ ਹੈਲਪ ਕਰੂਗਾ। ਤੋ ਇਹਦੇ ਵਿੱਚ ਆਪਾਂ ਜਿੱਦਾਂ ਕਿ ਹਾਊ ਵੀ ਕੈਨ ਸੌਰਟ ਆਊਟ ਰੀਡਿੰਗ ਇਨ ਅ ਲਿਮਿਟਡ ਟਾਈਮ ਦੇ ਵਿੱਚ ਜੇਕਰ ਆਪਣੇ ਕੋਲ 20 ਮਿੰਟ ਹੈਗੇ ਤੋ ਮਸਟ ਫੋਲੋ ਦ ਕੀਵਰਡ ਐਂਡ ਗ੍ਰਾਮਰ ਟੈਕਨੀਕਸ ਆਪਾਂ ਨੂੰ ਫੋਲੋ ਕਰਨੀਆਂ ਪੈਂਦੀਆਂ ਹੁੰਦੀਆਂ। ਕੀਵਰਡ ਸਾਡੀ ਹੈਲਪ ਕਰਦਾ ਹੈ ਇੱਕ ਪਰਟੀਕੂਲਰ ਲੋਕੇਸ਼ਨ 'ਤੇ ਪਹੁੰਚਣ ਦੇ ਲਈ। ਅਸੀਂ ਕੁਐਸਚਨ ਦੇ ਵਿੱਚੋਂ ਪਿਕ ਕਰਦੇ ਹਾਂ ਅਤੇ ਸਾਨੂੰ ਲੋਕੇਸ਼ਨ ਕੋਲ ਪਹੁੰਚਣ ਦੇ ਵਿੱਚ ਸਾਡੀ ਮਦਦ ਕਰਦਾ ਹੈ। ਤੋ ਵਾਟ ਆਰ ਦਾ ਮੇਨ ਕੀਵਰਡਸ ਇਨ ਯੂਅਰ ਰੀਡਿੰਗ। ਤੁਹਾਡੇ ਰੀਡਿੰਗ ਦੇ ਵਿੱਚ ਮੇਨ ਕੀਵਰਡਸ ਕੀ ਹੁੰਦੇ ਆ। ਤੋਂ ਪਹਿਲਾਂ ਆਪਾਂ ਕੀਵਰਡਸ ਦੇ ਬਾਰੇ ਗੱਲ ਕਰਾਂਗੇ ਐਂਡ ਰੈਸਟ ਆਪਾਂ ਫਿਰ ਗ੍ਰਾਮਰ ਟੈਕਨੀਕ ਦੇ ਬਾਰੇ ਗੱਲ ਕਰਾਂਗੇ। ਤੋ ਕੀਵਰਡਸ ਨੇਮ ਆਫ ਅ ਪਰਸਨ ਐਂਡ ਪਲੇਸ ਜਾਂ ਪਲੇਸਿਸ ਜਿੱਦਾਂ ਜੌਨ ਪੀਪਲ ਦੇ ਨੇਮ ਹੋ ਗਏ, ਸਾਇੰਟਿਸਟ ਦੇ ਨੇਮ ਹੋ ਗਏ, ਟਾਊਨ ਦੇ ਨੇਮ ਹੋ ਗਏ, ਸਿਟੀਜ਼ ਦੇ ਨੇਮ ਹੋ ਗਏ, ਕੰਟਰੀ ਦੇ ਨੇਮ ਹੋ ਗਏ ਹੈ ਨਾ। ਤੋ ਇਹ ਸਾਰੇ ਕੀ ਹੁੰਦੇ ਆ ਇੱਕ ਕੀਵਰਡਸ ਹੁੰਦੇ ਆ ਹੈਲਪ ਕਰਦੇ ਆਪਾਂ ਨੂੰ ਆਨਸਰ ਨੂੰ ਦੀ ਲੋਕੇਸ਼ਨ ਨੂੰ ਫਾਈਂਡ ਕਰਨ ਦੇ ਵਿੱਚ। ਠੀਕ ਹੈ ਈਅਰਸ ਹੋ ਗਏ, ਡੇਟਸ ਹੋ ਗਈਆਂ ਇਹ ਵੀ ਆਪਾਂ ਨੂੰ ਜਿੱਦਾਂ 1978 12th of October 1982 ਇਹ ਸਾਨੂੰ ਮਦਦ ਕਰਦੇ ਆ ਲੋਕੇਸ਼ਨ 'ਤੇ। ਬਟ ਇਹ ਸਾਡੀ 5% ਹੈਲਪ ਕਰਦੇ ਆ ਨੋਟ ਮੋਰ ਦੈਨ ਦਿਸ। ਇਹ 5% ਹੀ ਹੈਲਪ ਕਰਦੇ ਆ। ਸਿਰਫ ਇਹਨਾਂ ਦਾ ਸਿਰਫ ਇੰਨਾ ਕੰਮ ਹੁੰਦਾ ਕਿ ਇਹ ਸਾਨੂੰ ਅਸੀਂ ਇਹਨਾਂ ਨੂੰ ਕੁਐਸਚਨ ਦੇ ਵਿੱਚ ਕੀਵਰਡ ਨੂੰ ਦੇਖਿਆ ਜਿੱਦਾਂ ਕਿ ਕਿਸੇ ਸਾਇੰਟਿਸਟ ਦਾ ਨੇਮ ਲਿਖਿਆ ਆਪਾਂ ਕੁਐਸਚਨ ਦੇ ਵਿੱਚ ਦੇਖਿਆ ਐਂਡ ਉਹ ਆਪਾਂ ਜਾ ਕੇ ਪੈਸੇਜ ਦੇ ਵਿੱਚ ਫਾਈਂਡ ਆਊਟ ਕਰਨਾ ਹੁੰਦਾ ਹੈ। ਜਿੱਥੇ ਆਪਾਂ ਨੂੰ ਮਿਲ ਗਿਆ ਤਾਂ ਉੱਥੇ ਆਪਾਂ ਜਾ ਕੇ ਸਾਇੰਟਿਸਟ ਥੱਲੇ ਹੀ ਟਿਕ ਮਾਰਕ ਕਰਨਾ ਹੈ ਜਾਂ ਅੰਡਰਲਾਈਨ ਕਰ ਲੈਣਾ ਹੁੰਦਾ ਹੈ। ਬਸ ਸਿੱਧਾ ਇੰਨਾ ਹੀ ਰੋਲ ਆ। ਰੈਸਟ ਆਫ ਰੋਲ ਜਿਹੜਾ ਹੈਗਾ ਏ ਉਹ ਗ੍ਰਾਮਰ ਦਾ ਹੁੰਦਾ ਹੈ ਤਾਂ ਉਹਨੂੰ ਆਪਾਂ ਅੱਗੇ ਸਮਝਦੇ। ਕੀਵਰਡ ਦੇ ਵਿੱਚ ਈਅਰਸ ਐਂਡ ਡੇਟਸ ਵੀ ਹੁੰਦੇ ਆ ਫਿਰ ਫਿਗਰਸ ਆਉਂਦੀਆਂ ਨੇ। ਫਿਗਰ ਜਿਵੇਂ 1.2 ਮਿਲੀਅਨ 30% ਨੰਬਰਸ ਵੀ ਆ ਜਾਂਦੇ ਲਾਈਕ 500 ਐਂਡ ਮੋਰ ਹੈ ਨਾ। ਤੋ ਇਹ ਸਾਡੀ ਹੈਲਪ ਕਰਦੇ ਲੋਕੇਸ਼ਨ ਤੱਕ ਪਹੁੰਚਣ ਦੇ ਲਈ। ਬਸ ਕੀਵਰਡ ਦਾ ਇਕੱਲਾ ਇੰਨਾ ਰੋਲ ਆ। ਰੈਸਟ ਆਪਾਂ ਦੇਖਣਾ ਹੈ ਕਿ ਕੀ ਆ। ਨੋਟ ਆ ਇੱਕ ਕਿ ਯੂਅਰ ਵਰਬ ਇਜ਼ ਨੋਟ ਯੂਅਰ ਕੀਵਰਡ। ਤੁਹਾਡੀ ਵਰਬ ਕਦੇ ਵੀ ਤੁਹਾਡਾ ਕੀਵਰਡ ਨਹੀਂ ਹੁੰਦੀ ਗੀ। ਰੀਜ਼ਨ ਆ ਕਿ ਵਰਬ ਚੇਂਜ ਹੁੰਦੀ ਆ। ਜੇ ਇੱਧਰ ਉਹਨਾਂ ਨੇ ਇਨਕਰੀਜ਼ ਲਿਖਿਆ ਹੈ ਤਾਂ ਉੱਧਰ ਉਹ ਰਾਈਜ਼ ਲਿਖ ਸਕਦੇ ਆ। ਠੀਕ ਹੈ ਨਾ ਐਂਡ ਸਮਥਿੰਗ ਐਲਸ ਰਾਈਜ਼ ਕਰ ਸਕਦੇ ਆ, ਰਾਈਜ਼ ਕਰ ਸਕਦੇ ਆ। ਠੀਕ ਹੈ ਨਾ ਇਨਕਲਾਈਨ ਸ਼ਬਦ ਲਿਖ ਸਕਦੇ ਆ। ਤੋ ਦੇ ਕੈਨ ਚੇਂਜ ਉਹ ਚੇਂਜ ਕਰ ਸਕਦੇ ਆ ਬਟ ਇਟਸ ਨੋਟ ਅ ਕੀਵਰਡ ਕਿਉਂਕਿ ਜੋ ਚੀਜ਼ ਚੇਂਜ ਹੋ ਰਹੀ ਆ ਤਾਂ ਉਹ ਕੀਵਰਡ ਨਹੀਂ ਗੀ। ਉਹ ਕ੍ਰੀਏਟ ਅ ਡਿਫੀਕਲਟੀ ਅੰਡਰਸਟੈਂਡਿੰਗ ਦੇ ਵਿੱਚ। ਠੀਕ ਹੈ ਤੋ ਯੂਜ਼ਲੀ ਵਰਬਸ ਆਰ ਚੇਂਜਡ ਕੀਤੀਆਂ ਜਾਂਦੀਆਂ ਐਂਡ ਪੈਰਾਫਰੇਜ਼ਡ ਕੀਤੀਆਂ ਜਾਂਦਾ ਟੂ ਕਨਫਿਊਜ਼ ਦ ਰੀਡਰ ਨੂੰ ਕਨਫਿਊਜ਼ ਕਰਨ ਦੇ ਲਈ ਉਹਨਾਂ ਨੂੰ ਚੇਂਜ ਕਰ ਦਿੱਤਾ ਜਾਂਦਾ। You must get synonyms of the question verbs in the passage ਕਿਉਂਕਿ ਉਹ ਤੁਹਾਨੂੰ ਕਨਫਿਊਜ਼ ਕਰਨਾ ਹੁੰਦਾ ਉਹਨਾਂ ਨੇ ਇੱਕ ਰੀਡਰ ਨੂੰ ਜਾਂ ਕੈਂਡੀਡੇਟ ਨੂੰ ਤਾਂ ਉਹ ਵਰਬ ਨੂੰ ਚੇਂਜ ਕਰਦੇ ਆ।
ਆਲਮੋਸਟ 99% ਤਾਂ ਚੇਂਜ ਕਰਦੇ, ਬਟ ਸਮਟਾਈਮਸ ਦਾ ਸੇਮ ਵਰਬ ਵੀ ਆ ਜਾਂਦੀ, ਪਰ ਰੇਅਰ ਚਾਂਸਸ ਆ ਕਿ ਤੁਹਾਨੂੰ ਸੇਮ ਵਰਬ ਮਿਲੇ, ਅਦਰਵਾਈਜ਼ ਤੁਹਾਨੂੰ ਸਿਨੋਨਿਮਸ ਹੀ ਮਿਲਣਗੇ ਕੁਐਸਚਨ ਦੀਆਂ ਵਰਬ ਦੇ, ਠੀਕ ਹੈ ਨਾ। ਤੋ ਕੁਐਸਚਨ ਜਿਹੜੀ ਵਰਬ ਹੁੰਦੀ ਉਹ ਤਾਂ ਬਹੁਤ ਵੱਡਾ ਰੋਲ ਹੁੰਦਾ ਹੈ, ਕਿਉਂਕਿ ਕਈ ਵਾਰੀ ਆਪਾਂ ਨੂੰ ਕੀਵਰਡ ਮਿਲ ਜਾਂਦਾ ਹੈ ਬਟ ਆਪਾਂ ਨੂੰ ਆਨਸਰ ਕਲੀਅਰ ਨਹੀਂ ਹੁੰਦਾ, ਤੋ ਇਨ ਦੈਟ ਕੰਡੀਸ਼ਨ ਵਰਬ ਆਪਣੀ ਹੈਲਪ ਕਰਦੀ ਆ ਕੁਐਸਚਨ ਦੀ ਵਰਬ, ਬਟ ਉਹ ਸਿਨੋਨਿਮ ਨਾਲ ਹੋਊਗੀ। ਅੰਡਰਲਾਈਨ ਦ ਕੀਵਰਡਸ ਇਨ ਦਾ ਕੁਐਸਚਨ ਦੇ ਵਿੱਚ ਅੰਡਰਲਾਈਨ ਕਰਨਾ ਹੁੰਦਾ, ਆਪਾਂ ਕੁਐਸਚਨ ਦੇ ਵਿੱਚ ਅੰਡਰਲਾਈਨ ਕਰ ਲਏ ਕੀਵਰਡਸ, ਠੀਕ ਹੈ ਨਾ। ਐਂਡ ਫਾਈਂਡ ਕਰਨਾ ਇਨ ਦਾ ਪੈਸੇਜ ਔਨ ਅ ਨੋਰਮਲ ਸਪੀਡ, ਆਪਾਂ ਪੈਸੇਜ ਦੇ ਵਿੱਚ ਜਾ ਕੇ ਨੋਰਮਲ ਸਪੀਡ 'ਤੇ ਉਹਨਾਂ ਨੂੰ ਫਾਈਂਡ ਕਰ ਲੈਣਾ ਹੁੰਦਾ, ਠੀਕ ਹੈ ਨਾ। ਯੋਰ ਕੁਐਸਚਨ ਆਨਸਰ ਮਸਟ ਬੀ ਪੈਰਾਫਰੇਜ਼ ਵਿਦ ਦ ਸਿਨੋਨਿਮ, ਤਾਂ ਤੁਹਾਡਾ ਆਨਸਰ ਉਹ ਪੈਰਾਫਰੇਜ਼ਡ ਕੀਤਾ ਹੋਗਾ, ਠੀਕ ਹੈ ਨਾ। ਆਪਾਂ ਜਦੋਂ ਕੁਐਸਚਨ ਦੇ ਵਿੱਚ ਉਹਨੂੰ ਅੰਡਰਲਾਈਨ ਕੀਤਾ ਅਤੇ ਪੈਸੇਜ ਦੇ ਵਿੱਚ, ਜਿੱਥੇ ਆਪਾਂ ਨੂੰ ਪੈਸੇਜ ਦੇ ਵਿੱਚ ਮਿਲ ਗਿਆ ਜਾ ਕੇ, ਠੀਕ ਹੈ ਨਾ, ਉੱਥੋਂ ਫੁੱਲ ਸਟਾਪ ਟੂ ਫੁੱਲ ਸਟਾਪ ਇਹ 20% ਹੁੰਦਾ, ਇਹਨੂੰ ਆਪਾਂ ਰੀਡ ਕਰਨਾ ਹੁੰਦਾ। ਰੈਸਟ 80 ਸਾਰਾ ਬੋਡੀ ਪੈਰਾਗ੍ਰਾਫ ਆਪਾਂ ਨਹੀਂ ਕਰਨਾ ਹੁੰਦਾ, ਉਹ ਵੇਸਟੇਜ ਆਫ ਟਾਈਮ ਹੁੰਦਾ। ਹਾਂ ਹੋ ਸਕਦਾ ਹੈ ਆਪਾਂ ਹਾਊ ਐਵਰ ਬਟ ਜਾਂ ਫਰਦਰ ਅੱਗੇ ਐਕਸਪਲੇਨੇਸ਼ਨ ਦਿੱਤੀ ਹੋਵੇ, ਆਪਾਂ ਨੂੰ 1-2 ਸੈਂਟੈਂਸ ਪੜ੍ਹਨੇ ਪੈ ਸਕਦੇ, ਅਦਰਵਾਈਜ਼ ਫੁੱਲ ਸਟਾਪ ਟੂ ਫੁੱਲ ਸਟਾਪ ਸਾਡਾ ਆਨਸਰ ਕਲੀਅਰ ਹੋ ਜਾਂਦਾ ਹੈ, ਠੀਕ ਹੈ ਨਾ। ਸਾਡਾ ਪੈਰਾਗ੍ਰਾਫ ਸਿਨੋਨਿਮਸ, ਸਾਡਾ ਸੈਂਟੈਂਸ ਜਿਹੜਾ ਹੈ ਜਾਂ ਪੈਰਾਗ੍ਰਾਫ ਉਹ ਸਿਨੋਨਿਮ ਨਾਲ ਹੀ ਹੁੰਦਾ ਹੈ, ਤੋ ਆਪਾਂ ਨੂੰ ਕਨਫਿਊਜ਼ ਕਰਨਗੇ। ਟੂ ਸੌਰਟ ਆਊਟ ਦਾ ਕੰਪਲੀਕੇਸ਼ਨ ਪਰਟੇਨਿੰਗ ਟੂ ਦਾ ਰੀਡਿੰਗ ਯੂ ਨੀਡ ਟੂ ਰੀਡ ਓਨਲੀ 20% ਇਨ ਦਾ ਰੀਡਿੰਗ, ਸਾਨੂੰ 20% ਹੀ ਰੀਡਿੰਗ ਦੇ ਵਿੱਚ ਪੜ੍ਹਨਾ ਪੈਂਦਾ ਹੈ। ਰੈਸਟ 80% ਵੇਸਟੇਜ ਆਫ ਟਾਈਮ ਹੁੰਦਾ ਹੈ, ਸਟੂਡੈਂਟ ਜ਼ਿਆਦਾ ਸਮਾਂ ਜ਼ਿਆਦਾ ਡੀਪ ਜਾਂਦੇ ਆ, ਜਿੰਨਾ ਡੀਪ ਜਾਣਗੇ ਉਨਾ ਹੀ ਉਹ ਕਨਫਿਊਜ਼ ਹੁੰਦੇ ਆ ਅਤੇ ਆਨਸਰ ਗਲਤ ਚਲੇ ਜਾਂਦੇ। ਤੋ ਅਸੀਂ ਕੀ ਕਰਨਾ ਹੈ ਕਿ ਅਸੀਂ ਸਿਰਫ 20% ਪੜ੍ਹਨਾ। 20% ਕਿੰਨਾ ਹੁੰਦਾ? ਫੁੱਲ ਸਟਾਪ ਟੂ ਫੁੱਲ ਸਟਾਪ। ਹਾਂ, ਇਨ ਸਮ ਕੰਡੀਸ਼ਨ ਸਾਨੂੰ ਅੱਗੇ ਵੀ ਵਧਣਾ ਪੈਂਦਾ ਹੈ। ਜਿਹੜੀ ਰੀਡਿੰਗ ਦੇ ਟਿਪਸ ਦੀ ਵੀਡੀਓ ਤੋਂ ਬਾਅਦ ਮੈਂ ਇੱਕ ਰੀਡਿੰਗ ਦੀ ਟੈਕਨੀਕ ਵੀ ਦੱਸੂੰਗਾ ਫਿਲਿੰਗ ਦਾ ਬਲੈਂਕਸ ਨੂੰ ਕੰਪਲੀਟ ਕਰਨ ਦੇ ਲਈ ਐਂਡ ਸੌਰਟ ਆਊਟ ਕਰਨ ਦੇ ਲਈ, ਠੀਕ ਹੈ। ਸੋ ਵਾਟ ਇਜ਼ ਐਗਜ਼ੈਕਟਲੀ 20% ਹੁੰਦਾ ਕੀ ਆ ਰੀਡਿੰਗ ਦੇ ਵਿੱਚ? ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਫੁੱਲ ਸਟਾਪ ਟੂ ਫੁੱਲ ਸਟਾਪ ਹੁੰਦਾ ਹੈ, ਬਟ ਸਮ ਕੰਡੀਸ਼ਨ 'ਚ ਜ਼ਿਆਦਾ ਵੀ ਚਲਾ ਜਾਂਦਾ, ਠੀਕ ਹੈ। You have to read only 600 words ਜਾਂ around 5 to 600 words ਹੀ ਤੁਹਾਨੂੰ in your reading, rest of wastage of time ਹੁੰਦਾ ਜੇਕਰ ਆਪਾਂ 20% ਪੜ੍ਹਦੇ ਰੀਡਿੰਗ ਦੇ ਵਿੱਚ। ਮੰਨ ਲਓ ਕਿ ਫੁੱਲ ਸਟਾਪ ਤੋਂ ਫੁੱਲ ਸਟਾਪ ਜਾਂ ਥੋੜ੍ਹਾ ਮੋਟਾ ਇੱਧਰ ਪੜ੍ਹਦੇ, ਸਾਨੂੰ ਸਾਰੀ ਰੀਡਿੰਗ ਦੇ ਵਿੱਚ ਮੰਨ ਲਓ ਕਿ ਸਾਨੂੰ 3600 ਵਰਡ 2700 ਤੋਂ 3600 ਵਰਡ ਜਾਂ ਕਿ ਆਪਾਂ ਨੂੰ 2100 ਤੋਂ ਲੈ ਕੇ 2700 ਵਰਡ ਤੋਂ ਨੀਅਰ ਅਬਾਊਟ ਸਾਨੂੰ 500 600 700 ਵਰਡ ਹੀ ਪੜ੍ਹਨਾ ਪੈਂਦਾ ਹੈ, ਬਾਕੀ ਸਾਰਾ ਸਾਨੂੰ ਲੋੜ ਨਹੀਂ ਗੀ ਪੜ੍ਹਨ ਦੀ। ਕੈਂਡੀਡੇਟ ਇਜ਼ ਓਨਲੀ ਏਬਲ ਟੂ ਰੀਡ ਵਿਦ ਦ ਟਫ, able to deal with the tough or easy filling the blanks just with the help of the grammar techniques in the limited time। ਦੇਖੋ ਕੰਡੀਸ਼ਨ ਕੀ ਹੁੰਦੀ ਕਿ ਕੀਵਰਡ, ਕਈ ਵਾਰੀ ਸਟੂਡੈਂਟ ਇੱਦਾਂ ਕਹਿੰਦੇ ਆ ਕਿ ਮੈਨੂੰ ਲੋਕੇਸ਼ਨ ਤਾਂ ਮਿਲ ਜਾਂਦੀ ਪਰ ਆਨਸਰ ਨਹੀਂ ਮਿਲਦਾ। ਰੀਜ਼ਨ ਉਹਦੇ ਪਿੱਛੇ ਆਈ ਆ ਕਿ ਉਹਨਾਂ ਨੂੰ ਗ੍ਰਾਮਰ ਟੈਕਨੀਕ ਨਹੀਂ ਪਤਾ ਹੁੰਦੀਆਂ ਗਾ ਕਿ ਉਹ ਗ੍ਰਾਮਰ ਦੇ ਨਾਲ ਕਿੱਦਾਂ ਆਨਸਰਿੰਗ ਨੂੰ ਡਿਫਾਈਨ ਕਰ ਰਹੇ ਆ। ਉਹ ਨਾ ਪਤਾ ਹੋਣ ਦੀ ਵਜ੍ਹਾ ਕਰਕੇ ਸਟੂਡੈਂਟ ਕਨਫਿਊਜ਼ ਹੋ ਜਾਂਦਾ ਰੀਡਿੰਗ ਦੇ ਵਿੱਚ, ਉਹ ਲੋਕੇਸ਼ਨ ਕੋਲ ਵੀ ਚਲਾ ਜਾਂਦਾ ਬਟ ਉਹ ਆਨਸਰ ਨਹੀਂ ਪਿਕ ਕਰ ਪਾਉਂਦਾ ਗਾ। ਅਤੇ ਜਦੋਂ ਆਨਸਰ ਨੂੰ ਨਹੀਂ ਪਿਕ ਕਰ ਪਾਉਂਦਾ ਤਾਂ ਉਦੋਂ ਉਹ ਪ੍ਰੋਬਲਮਸ ਕ੍ਰੀਏਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਉਹਦੇ ਲਈ। ਉਹਨੂੰ ਇੱਦਾਂ ਲੱਗਦਾ ਕਿ ਮੈਨੂੰ ਅੰਡਰਸਟੈਂਡ ਨਹੀਂ ਹੋ ਰਿਹਾ। ਤਾਂ ਉਸ ਕੰਡੀਸ਼ਨ ਦੇ ਵਿੱਚ ਗ੍ਰਾਮਰ ਟੈਕਨੀਕਸ ਦਾ ਤੁਹਾਨੂੰ ਕਲੀਅਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਹਾਊ ਟੂ ਡੀਲ ਵਿਦ ਦ ਗ੍ਰਾਮਰ, ਆਪਾਂ ਗ੍ਰਾਮਰ ਨਾਲ ਡੀਲ ਕਿੱਦਾਂ ਕਰ ਸਕਦੇ ਹਾਂ। ਤੋ ਮੰਨ ਲਓ ਕਿ ਇਹਨੂੰ ਮੈਂ ਦੱਸਿਆ ਹੈ ਕਿ ਜਿੱਦਾਂ ਆਹ ਪੈਸੇਜ ਆ, ਜੌਨ, ਗਰਲਸ, ਪੌਲ, ਫਾਈਨਲ ਐਗਜ਼ਾਮੀਨੇਸ਼ਨ ਆ ਗਿਆ ਆਪਣਾ, ਹੈ ਨਾ। ਤੋ ਇਹ ਪੈਸੇਜ ਆ, ਜਾਂ ਇਹਨਾਂ ਤੋਂ ਦੇਖੋ ਕਿ ਆਪਾਂ ਇਹ ਪੈਸੇਜ ਆ ਗਿਆ ਆਪਣਾ, ਜਾਂ ਇੱਦਾਂ ਦੇਖਦੇ ਕਿ ਆਪਾਂ ਇੰਡੀਆ ਲਿਖਿਆ ਹੋਇਆ ਆਪਣਾ, ਠੀਕ ਹੈ। ਤਾਂ ਇਹ ਪੈਸੇਜ ਇਹ ਹੈਲਪ ਕਰੂਗਾ, ਆਪਾਂ ਦੇਖਣਾ ਵੀ ਇਹਨੂੰ ਕਿੱਦਾਂ ਆਪਾਂ, ਹੈ ਨਾ, ਇਹਦੇ ਵਿੱਚੋਂ ਫਾਈਂਡ ਆਊਟ ਕਰਨਾ। ਤਾਂ ਯੂ ਮਸਟ ਬੀ ਕਲੀਅਰਡ ਹੋਗੇ ਇਹਦੇ ਵਿੱਚ। ਹੁਣ ਮੈਂ ਗ੍ਰਾਮਰ ਟੈਕਨੀਕ ਦੱਸ ਰਿਹਾ ਤੁਹਾਨੂੰ, ਤਾਂ ਇਹਨੂੰ ਸਮਝਣਾ। ਟੂ ਦੇ ਬਾਅਦ ਆਲਮੋਸਟ ਜ਼ਿਆਦਾਤਰ ਕੀ ਹੁੰਦਾ ਕਿ ਵਰਬ ਦੀ ਫਸਟ ਫਾਰਮ ਆਨਸਰ ਆਉਂਦਾ ਹੈ। ਟੂ ਦੇ ਬਾਅਦ ਜ਼ਿਆਦਾਤਰ ਵਰਬ ਦੀ ਫਸਟ ਫਾਰਮ ਆਨਸਰ ਆਉਂਦਾ ਹੈ। ਇਹਦੇ ਵਿੱਚ ਦੱਸਿਆ ਕਿ ਮੋਸਟ ਆਫ ਦਾ ਟਾਈਮ ਯੂ ਗੈਟ ਆਨਸਰ ਵਰਬ ਦੀ ਫਸਟ, ਆਪਾਂ ਜਿਵੇਂ ਕਹਦੇ ਕਿ ਫਸਟ ਫਾਰਮ, ਹੈ ਨਾ, ਆਫਟਰ ਕਿਹਦੇ ਤੋਂ ਬਾਅਦ ਵੀ ਟੂ ਤੋਂ ਬਾਅਦ ਤੁਹਾਨੂੰ ਵਰਬ ਦੀ ਫਸਟ ਫਾਰਮ ਹੋ ਗਈ। ਰੀਜ਼ਨ ਉਹਦੇ ਪਿੱਛੇ ਜੇ ਆਪਾਂ ਗ੍ਰਾਮੈਟੀਕਲ ਤੌਰ 'ਤੇ ਸਮਝੀਏ, ਵੈਸੇ ਟੂ ਨੂੰ ਕੰਪੈਰੀਜ਼ਨ ਦੇ ਲਈ ਵੀ ਯੂਜ਼ ਕੀਤਾ ਜਾਂਦਾ ਹੈ, ਇਹਦਾ ਮਤਲਬ ਨਾਲੋਂ ਵੀ ਸੈਂਸ ਲਈ ਜਾਂਦੀ ਆ, ਠੀਕ ਹੈ ਨਾ।
ਟੂ ਨੂੰ ਇਹ ਇੱਦਾਂ ਵੀ ਯੂਜ਼ ਕੀਤਾ ਜਾਂਦਾ, ਬਟ ਆਪਾਂ ਸਮਝਣਾ ਹੈ ਕਿ ਇਹ ਗ੍ਰਾਮੈਟੀਕਲ ਤੌਰ 'ਤੇ ਟੂ ਆ ਰਿਹਾ। ਜਿਵੇਂ ਇੱਥੇ ਮੈਂ ਸਮਝਾਉਣਾ, ਦੇਖੋ, ਟੂ ਕੰਪਲੀਟ ਦਾ ਪ੍ਰੋਜੈਕਟ ਇਨ ਲਿਮਟਿਡ ਟਾਈਮ ਦ ਪੌਲ ਹੈਜ਼ ਟੂ ਡੈਸ਼ ਡੇ ਐਂਡ ਨਾਈਟ। ਹੁਣ ਮੈਂ ਇੱਥੇ ਸਮਝ ਗਿਆ। ਹੁਣ ਇਹਦੇ ਵਿੱਚ ਮੈਂ ਦੇਖਿਆ ਟੂ ਕੰਪਲੀਟ ਦਾ ਪ੍ਰੋਜੈਕਟ ਇਨ ਅ ਲਿਮਟਿਡ ਟਾਈਮ। ਇੱਥੇ ਮੈਂ ਦੇਖਿਆ ਕਿ ਕੀਵਰਡ ਮੇਰਾ ਹੈਗਾ ਪੌਲ। ਪੌਲ ਨੂੰ ਮੈਂ ਸਰਕਲ ਕਰ ਲਿਆ। ਹੁਣ ਜੇਕਰ ਦੇਖਾਂ ਪੌਲ ਐਜ਼ ਏ ਸੈਂਟੈਂਸ ਸਟਰਕਚਰ ਦੇ ਤੌਰ 'ਤੇ ਦੇਖਾਂ ਤਾਂ ਪੌਲ ਸਬਜੈਕਟ ਆ, ਹੈਜ਼ ਟੂ ਹੈਲਪਿੰਗ ਵਰਬ ਆ। ਹੈਲਪਿੰਗ ਵਰਬ ਹੈਜ਼ ਟੂ ਤੋਂ ਬਾਅਦ ਵਰਬ ਦੀ ਫਸਟ ਫਾਰਮ ਆਉਂਦੀ ਹੁੰਦੀ। ਤੋ ਆਪਾਂ ਦੇਖਿਆ ਕਿ ਵਰਬ ਦੀ ਕੀ ਆ ਵੀ ਫਸਟ ਫਾਰਮ ਹੈਗੀ ਆ, ਐਂਡ ਉਸ ਤੋਂ ਬਾਅਦ ਰਿਮੇਨਿੰਗ ਆ, ਕਿਉਂਕਿ ਆਬਜੈਕਟ ਕੁਛ ਵੀ ਨਹੀਂ, ਤੋ ਵਰਬ ਦੀ ਫਸਟ ਫਾਰਮ ਆਊਗੀ। ਹੁਣ ਮੰਨ ਲਓ ਕਿ ਮੇਰਾ ਪੌਲ ਮੇਰਾ ਕੀਵਰਡ ਆ, ਤੋ ਮੈਂ ਇਹਨੂੰ ਜਾ ਕੇ ਪੈਸੇਜ ਦੇ ਵਿੱਚ ਦੇਖਿਆ। ਪੈਸੇਜ ਦੇ ਵਿੱਚ ਜਦੋਂ ਮੈਂ ਇਹਨੂੰ ਜਾ ਕੇ ਦੇਖਿਆ ਤਾਂ ਮੈਨੂੰ ਪਤਾ ਲੱਗ ਗਿਆ ਵੀ ਮੈਂ ਇੱਦਾਂ ਸਰਚ ਕੀਤਾ, ਪੜ੍ਹਨਾ ਨਹੀਂ ਗਾ ਮੈਂ, ਤੋ ਮੈਂ ਦੇਖਿਆ ਕਿ ਪੌਲ, ਤੋ ਮੈਂ ਪੌਲ ਨੂੰ ਅੰਡਰਲਾਈਨ ਕੀਤਾ ਜਾ ਕੇ। ਫਿਰ ਮੈਂ ਦੇਖਿਆ ਫੁੱਲ ਸਟਾਪ ਟੂ ਫੁੱਲ ਸਟਾਪ, ਮੈਂ ਇਹਨੂੰ ਰੀਡ ਕਰ ਰਿਹਾ, ਕਿਤੇ ਵੀ ਤੁਸੀਂ ਸਰਕਲ ਕਰ ਲਓ। ਤੋ ਮੈਂ ਪੌਲ ਨੂੰ ਅੰਡਰਲਾਈਨ ਕੀਤਾ, ਮੈਂ ਸਟਾਰਟ ਕੀਤਾ ਸੈਂਟੈਂਸ ਨੂੰ ਰੀਡ ਕਰਨਾ, ਬਟ ਇੰਨੇ ਦਾਇਰੇ ਦੇ ਵਿੱਚ ਮੈਂ ਫਾਈਂਡ ਆਊਟ ਕੀ ਕਰਨਾ ਕਿ ਮੇਰੀ ਵਰਬ ਦੀ ਫਸਟ ਫਾਰਮ ਕੀ ਆ। ਠੀਕ ਹੈ, ਹੁਣ ਵਰਬ ਦੀ ਫਸਟ ਫਾਰਮ ਆਪਾਂ ਨੂੰ ਪਤਾ ਲੱਗ ਜੂਗੀ ਕਿ ਕਿਉਂਕਿ ਵਰਬ ਦੀ ਫਸਟ ਫਾਰਮ ਮਗਰ ਨਾ ਤਾਂ ਈਡੀ ਲੱਗਣਾ ਨਾ ਆਈਐਨਜੀ ਲੱਗਿਆ ਹੋਊਗਾ। ਠੀਕ ਹੈ, ਇਸ ਕੰਡੀਸ਼ਨ ਦੇ ਵਿੱਚ, ਕਿਉਂਕਿ ਆਪਾਂ ਟੂ ਦੇ ਬਾਅਦ ਵਰਬ ਦੀ ਫਸਟ ਫਾਰਮ ਆ ਸਿੰਪਲ, ਜਿਵੇਂ ਬਲੀਵ ਆ ਜਾਊਗਾ, ਨਾ ਕਿ ਬਲੀਵਡ ਆਊਗਾ ਇੱਥੇ, ਹੈ ਨਾ। ਤੋ ਇਹ ਆਪਣੀ ਵਰਬ ਦੀ ਫਸਟ ਫਾਰਮ ਆ ਗਈ ਹੈ ਨਾ। ਪਰ ਉੱਥੇ ਆਪਾਂ ਨੂੰ ਪਤਾ ਹੈ ਕਿ ਆ ਪੌਲ ਹੈਜ਼ ਟੂ, ਜਿੱਦਾਂ ਵਰਕ ਆ ਗਿਆ, ਡੇ ਐਂਡ ਨਾਈਟ ਹੋ ਗਿਆ, ਹੈ ਨਾ। ਤੋ ਉਹ ਚੀਜ਼ ਇੱਦਾਂ ਕਰਕੇ ਵਰਬ ਦੀ ਫਸਟ ਫਾਰਮ ਆਪਣਾ ਆਨਸਰ ਆ ਜਾਊਗਾ। ਬਟ ਇੰਨੇ ਦਾਇਰੇ ਦੇ ਵਿੱਚੋਂ ਜੇਕਰ ਆਪਾਂ ਫਸਟ ਫਾਰਮ ਨਹੀਂ ਲੱਭ ਪਾ ਰਹੇ ਤਾਂ ਇਟਸ ਰੀਅਲੀ ਚੈਲੰਜਿੰਗ, ਰੀਡਿੰਗ ਇਜ਼ ਚੈਲੰਜਿੰਗ ਅਸੀਂ, ਹੈ ਨਾ। ਫਿਰ ਸਾਨੂੰ ਅੰਡਰਸਟੈਂਡਿੰਗ, ਬਟ ਇਸ ਪਾਰਟ ਨੂੰ ਜਿਹੜਾ ਇੰਨਾ ਪਾਰਟ ਆ, ਜੇ ਅੱਗੇ ਵੀ ਥੋੜ੍ਹਾ ਪੜ੍ਹਨਾ ਪੈਂਦਾ ਹੈ ਤਾਂ ਇਸ ਦੇ ਵਿੱਚ ਮੈਂ ਤੁਹਾਨੂੰ ਇੱਕ ਸੁਜੈਸਟ ਕਰੂੰਗਾ ਚੀਜ਼ ਕਿ ਰੀਡ ਵੈਰੀ, ਠੀਕ ਹੈ, ਕੇਅਰਫੁਲੀ। ਸਾਨੂੰ ਲੱਗਦਾ ਹੁੰਦਾ ਕਿ ਅਸੀਂ ਬਸ ਕੀਵਰਡ ਲੱਭ ਗਿਆ ਅਤੇ ਆਨਸਰ ਲੱਭ ਗਿਆ। ਇਸ ਪਾਰਟ ਨੂੰ ਬੜਾ ਕੇਅਰਫੁਲੀ ਰੀਡ ਕਰਨਾ ਹੈ, ਦੈਨ ਯੂ ਕੈਨ ਫਾਈਂਡ ਦਾ ਆਨਸਰ। ਠੀਕ ਹੈ, ਜੇਕਰ ਤੁਹਾਨੂੰ ਇਹਦੀ ਸਮਝ ਨਹੀਂ ਲੱਗ ਰਹੀ, ਸਟੂਡੈਂਟ ਨੂੰ ਪ੍ਰੋਬਲਮ ਹੀ ਇਹ ਆ ਰਹੀ ਹੈ ਕਿ ਉਹਨਾਂ ਨੂੰ ਇੰਨਾ ਦਾਇਰਾ ਹੀ ਨਹੀਂ ਸਮਝ ਆਉਂਦਾ। ਇਹ ਜਿਹੜੀਆਂ ਫਿਲਿੰਗ ਦਾ ਬਲੈਂਕਸ ਦੀ ਟੈਕਨੀਕ ਆ, ਭਲਾ ਤੁਸੀਂ ਪੀਟੀ ਦੇ ਵਿੱਚ ਯੂਜ਼ ਕਰ ਸਕਦੇ, ਆਲਸ ਵਿੱਚ ਯੂਜ਼ ਕਰ ਸਕਦੇ ਆ, ਸੈਲਫ ਐਪ ਦੇ ਵਿੱਚ ਯੂਜ਼ ਕਰ ਸਕਦੇ ਆ। ਦੀਜ਼ ਆਰ ਦਾ ਹੈਲਪਫੁਲ ਟੈਕਨੀਕਸ ਆ। ਇਹ ਲਿਸਨਿੰਗ 'ਚ ਵੀ ਹੈਲਪ ਕਰਦੀਆਂ ਸਾਡੀਆਂ ਨਾ, ਕਿਉਂਕਿ ਲਿਸਨਿੰਗ ਦੇ ਵਿੱਚ ਵੀ ਫਿਲਿੰਗ ਦਾ ਬਲੈਂਕਸ ਤਾਂ ਸੇਮ ਹੀ ਹੁੰਦੀ ਆ। ਤੋ ਇਹ ਚੀਜ਼ ਨੂੰ ਆਪਾਂ ਟੂ ਦੇ ਬਾਅਦ ਸਾਡੀ ਵਰਬ ਦੀ ਫਸਟ ਫਾਰਮ ਹੁੰਦੀ ਆ। ਆਪਾਂ ਰੈਸਟ ਦੇਖੀਏ। ਹੈਲਪਿੰਗ ਵਰਬ ਟੈਕਨੀਕ ਵਰਕਸ ਕਰਦੀ ਹੈ 85 ਤੋਂ 90% ਵਿਦ ਦਾ ਪੈਸਿਵ ਲੈਂਗੁਏਜ ਨਾਲ। ਰੀਜ਼ਨ ਕੀ ਆ, ਰੀਡਿੰਗ ਜਿਹੜੀ ਹੁੰਦੀ ਹੈ ਨਾ ਉਹ 85 ਤੋਂ 90% ਪੈਸਿਵ ਲੈਂਗੁਏਜ ਦੇ ਵਿੱਚ ਆਉਂਦੀ ਹੈ। ਤੁਹਾਨੂੰ ਰੀਡਿੰਗ ਦੇ ਵਿੱਚ ਕਦੇ ਆਈ ਸ਼ਬਦ ਨਹੀਂ ਮਿਲੂਗਾ, ਤੁਹਾਨੂੰ ਰੀਡਿੰਗ ਦੇ ਵਿੱਚ ਕਦੇ ਯੂ ਸ਼ਬਦ ਨਹੀਂ ਮਿਲੂਗਾ, ਤੁਹਾਨੂੰ ਰੀਡਿੰਗ ਦੇ ਵਿੱਚ ਕਦੇ ਹੀ ਸ਼ਬਦ ਨਹੀਂ ਮਿਲਦਾ, ਤੁਹਾਨੂੰ ਰੀਡਿੰਗ ਦੇ ਵਿੱਚ ਕਦੇ ਵੀ ਸ਼ੀ ਸ਼ਬਦ ਨਹੀਂ ਮਿਲੂਗਾ ਜ਼ਿਆਦਾਤਰ ਤੌਰ 'ਤੇ। ਮੈਂ ਇੱਦਾਂ ਨਹੀਂ ਕਹਿੰਦਾ ਕਿ ਜਮਾਂ ਹੀ ਨਹੀਂ ਮਿਲਣਾ, ਪਰ ਕਦੇ ਮਿਲ ਸਕਦਾ, ਬਟ ਜ਼ਿਆਦਾਤਰ ਤੌਰ 'ਤੇ ਮਿਲੂਗਾ ਨਹੀਂ। ਨਾ ਹੀ ਸਾਨੂੰ ਅਕੈਡਮਿਕ ਰੀਡਿੰਗ ਵਿੱਚ ਮਿਲਦਾ, ਨਾ ਹੀ ਸਾਨੂੰ ਜਨਰਲ ਰੀਡਿੰਗ ਦੇ ਵਿੱਚ ਮਿਲਦਾ ਹੈ। ਤੋ ਇਸ ਕੰਡੀਸ਼ਨ ਦੇ ਵਿੱਚ, ਕਿਉਂਕਿ ਰੀਡਿੰਗ ਜ਼ਿਆਦਾਤਰ ਪੈਸੇਜ ਦੇ ਵਿੱਚ ਫਾਰਮ ਦੇ ਵਿੱਚ ਆਉਂਦੀ ਹੈ। ਹੈਲਪਿੰਗ ਵਰਬ ਟੈਕਨੀਕ ਕਿੱਦਾਂ ਹੁੰਦੀ, ਜਿੱਦਾਂ ਪੈਸਿਵ ਦੇ ਵਿੱਚ ਕੀ ਹੁੰਦਾ, ਇਜ਼, ਆਰ, ਹੈਜ਼, ਹੈਵ, ਹੈਡ, ਬੀ, ਬੀਇੰਗ, ਬੀਨ, ਵਾਜ਼, ਵਰ। ਇਹਨਾਂ ਸਾਰਿਆਂ ਤੋਂ ਬਾਅਦ ਵਰਬ ਦੀ ਥਰਡ ਫਾਰਮ ਹੁੰਦੀ ਹੈ। ਵਰਬ ਦੀ ਥਰਡ ਫਾਰਮ ਹੁੰਦੀ ਹੈ। ਥਰਡ ਫਾਰਮ ਕਿਉਂਕਿ ਪੈਸਿਵ ਦੇ ਵਿੱਚ ਹੁੰਦਾ ਹੈ, ਠੀਕ ਹੈ ਨਾ। ਮੈਂ ਇਸ ਮੋਸਟਲੀ ਦਾ ਆਨਸਰ ਵਿਲ ਬੀ ਵਰਬ ਦੀ ਥਰਡ ਫਾਰਮ ਹੋਊਗਾ। ਹੁਣ ਥਰਡ ਫਾਰਮ ਆਪਾਂ ਨੂੰ ਇੰਨਾ ਪਤਾ ਕਿ ਜ਼ਿਆਦਾਤਰ ਸਟੂਡੈਂਟ ਇਹ ਸਮਝਦੇ ਕਿ ਥਰਡ ਫਾਰਮ ਦੇ ਮਗਰ ਈਡੀ ਲੱਗਿਆ ਹੁੰਦਾ, ਬਟ ਇਟਸ ਨਾਟ ਅ ਰਾਈਟ ਥਿੰਕ। ਹੋਰ ਵੀ ਹੁੰਦਾ ਵੇ ਹੈ ਨਾ ਕਿ ਥਰਡ ਫਾਰਮ ਨੂੰ ਰੀਪ੍ਰਜੈਂਟ ਕੀਤਾ ਹੁੰਦਾ ਉਹਨਾਂ ਨੇ। ਪਹਿਲਾਂ ਆਪਾਂ ਸਮਝੀਏ ਕਿ ਰੀਡਿੰਗ ਕਿੱਦਾਂ ਪੈਸਿਵ ਫਾਰਮ ਦੇ ਵਿੱਚ ਆਉਂਦੀ ਹੈ। 90% ਰੀਡਿੰਗ ਇਜ਼ ਗਿਵਨ, ਮੈਂ ਤੁਹਾਨੂੰ ਕਿਹਾ ਨਾ ਕਿ 85 ਤੋਂ 90, ਬਟ ਮੋਸਟਲੀ 90% ਆਪਾਂ ਕਹਿ ਸਕਦੇ ਕਿ ਆ ਗਿਵਨ ਔਰ ਪ੍ਰੈਜ਼ੈਂਟਡ ਇਨ ਦਾ ਪੈਸਿਵ ਫਾਰਮ ਦੇ ਵਿੱਚ ਹੁੰਦੀ ਹੈ। ਕਿਉਂਕਿ ਇਹਦੇ ਵਿੱਚ ਇੱਕ ਤਾਂ ਰੀਡਰ ਹੁੰਦਾ ਹੈ, ਇੱਕ ਪਬਲਿਸ਼ਰ ਜਿਹਨੇ ਆਪਾਂ ਨੂੰ ਛਾਪ ਕੇ ਭੇਜਿਆ, ਇੱਕ ਇਨਵੈਂਟਰ ਹੁੰਦਾ, ਜਾਂ ਜਿਹੜੇ ਬੰਦੇ ਨੇ ਰਾਈਟਰ ਹੁੰਦਾ ਜਿਹਨੇ ਕੋਈ ਚੀਜ਼ ਲਿਖੀ ਹੁੰਦੀ ਹੈ ਨਾ, ਉਹ ਹੁੰਦਾ ਹੈ। ਆਪਾਂ ਕਹਿ ਸਕਦੇ ਜਦੋਂ ਤਿੰਨਾਂ ਜਾਣਿਆਂ ਦੇ ਵਿੱਚ ਗੱਲ ਚੱਲਦੀ, ਤਿੰਨ ਜਾਣਿਆਂ ਦੇ ਵਿੱਚ, ਤਾਂ ਉਦੋਂ ਰੀਡਿੰਗ ਪੈਸਿਵ ਦੇ ਵਿੱਚ ਚਲੀ ਜਾਂਦੀ ਹੈ। ਤਿੰਨ ਜਾਣਿਆਂ ਦੇ ਵਿੱਚ ਗੱਲ ਹੁੰਦੀ ਹੈ, ਠੀਕ ਹੈ ਨਾ। ਜਿੱਦਾਂ ਮੈਂ ਕਹਿੰਦਾ ਕਿ ਮੈਂ ਕਹਿੰਦਾ ਕਿ ਰਾਮ ਨੇ ਚਾਹ ਪੀਤੀ। ਹੁਣ ਆਪਾਂ ਤਿੰਨ ਜਣਿਆਂ ਵਿੱਚ ਗੱਲ ਚੱਲ ਰਹੀ, ਇੱਕ ਤਾਂ ਮੈਂ ਆ ਜਿਹੜਾ ਦੱਸ ਰਿਹਾ, ਇੱਕ ਤੁਸੀਂ ਜਿਹੜੇ ਸੁਣ ਰਹੇ, ਇੱਕ ਜਿਹੜੇ ਬੰਦੇ ਨੇ ਚਾਹ ਪੀਤੀ। ਜਦੋਂ ਇਹ ਤਿੰਨਾਂ ਜਣਿਆਂ ਦੇ ਵਿੱਚ ਗੱਲ ਚੱਲਦੀ ਆ, ਠੀਕ ਹੈ ਨਾ, ਅਤੇ ਉਦੋਂ ਰੀਡਿੰਗ
ਪੈਸਿਵ ਦੇ ਵਿੱਚ ਚਲੀ ਜਾਂਦੀ ਆ, ਜਾਂ ਕਨਵਰਸੇਸ਼ਨ ਪੈਸਿਵ ਦੇ ਵਿੱਚ, ਕਿਉਂਕਿ ਇੱਕ ਬੰਦਾ ਪ੍ਰੈਜ਼ੈਂਟ ਨਹੀਂ, ਰਾਮ ਪ੍ਰੈਜ਼ੈਂਟ ਨਹੀਂ ਗਾ, ਜਿਵੇਂ ਰਾਮ ਨੇ ਚਾਹ ਪੀਤੀ, ਠੀਕ ਹੈ ਨਾ, ਤਾਂ ਉਦੋਂ ਠੀਕ ਆ। ਵੈਨ ਦਾ ਰੀਡਿੰਗ ਰਿਵੋਲਵਸ, ਘੁੰਮਦੀ ਆ, ਇਨ ਦ 3 ਪਰਸਨਸ ਜਾਂ ਪੀਪਲ ਦੇ ਵਿੱਚ ਘੁੰਮਦੀ ਆ, ਦਾ ਆਨਸਰ ਯੂਜ਼ਲੀ ਕਮਸ ਇਨ ਦਾ ਪੈਸਿਵ ਫਾਰਮ ਦੇ ਵਿੱਚ ਆ ਜਾਂਦਾ, ਤਾਂ ਆਨਸਰ ਪੈਸਿਵ ਫਾਰਮ ਦੇ ਵਿੱਚ ਆਊਗਾ, ਠੀਕ ਹੈ ਨਾ। ਤਾਂ ਇਹ ਚੀਜ਼ ਨੂੰ ਆਪਾਂ ਸਮਝਣਾ। ਹੁਣ ਪੈਸਿਵ ਦੇ ਵਿੱਚ ਹੋਗਾ, ਮੈਂ ਤੁਹਾਨੂੰ ਦੱਸਿਆ ਕਿ ਆ ਹੈਲਪਿੰਗ ਵਰਬ ਟੈਕਨੀਕ ਤੋਂ ਬਾਅਦ ਵਰਬ ਦੀ 3rd ਫਾਰਮ ਹੁੰਦੀ ਹੈ। ਹੁਣ 3rd ਫਾਰਮ ਦੀ ਨਿਸ਼ਾਨੀ ਪਹਿਲਾਂ ਤਾਂ ਆਪਾਂ ਸਮਝਾਂਗੇ ਵੀ ਕੀ ਹੁੰਦੀ ਹੈ। 3rd ਫਾਰਮ ਦੀ ਨਿਸ਼ਾਨੀ ਹੁੰਦੀ ਆ, ਉਹਦੇ ਮਗਰ ed ਲੱਗਿਆ ਹੁੰਦਾ, ਉਹਦੇ ਮਗਰ lt ਲੱਗਿਆ ਹੁੰਦਾ, ਉਹਦੇ ਮਗਰ t ਲੱਗਿਆ ਹੁੰਦਾ, ਉਹਦੇ ਮਗਰ ld ਲੱਗਿਆ ਹੁੰਦਾ, ਉਹਦੇ ਮਗਰ en ਲੱਗਿਆ ਹੁੰਦਾ, ਠੀਕ ਹੈ ਨਾ। ਇਹ ਜਿਹੜੇ ਵਰਡ ਆ ਇਹ ਵਰਬ ਦੀ 3rd ਫਾਰਮ ਨੂੰ ਫਾਰਮ ਕਰਦੇ ਆ। ਜਿਵੇਂ ਤੁਹਾਨੂੰ ਮੈਂ ਦੱਸਿਆ ਬਲੀਵਡ ਆ ਗਿਆ, ਹੈ ਨਾ, ਤੋ ਜਾਂ ਸਟੋਲਨ ਆ ਜਾਂਦਾ ਹੈ, ਠੀਕ ਹੈ ਨਾ, ਜਾਂ ਹੋਰ ਆਪਾਂ ਸ਼ਬਦਾਂ ਨੂੰ ਤੁਸੀਂ ਡਿਫਾਈਨ ਕਰ ਸਕਦੇ ਹਾਂ। ਬਹੁਤ ਸਾਰੇ ਸ਼ਬਦ ਐਸੇ ਹੁੰਦੇ ਜਿਹੜੇ ਵਰਬ ਦੀ 3rd ਫਾਰਮ ਇਹ ਸ਼ਬਦਾਂ ਦੇ, ਹੈ ਨਾ, ਦੀ ਵਰਤੋਂ ਕਰਕੇ ਉਹ, ਠੀਕ ਹੈ ਨਾ, ਐਂਡ ਫਾਰਮ ਕਰ ਲੈਂਦੇ ਸਫਿਕਸ ਜਾਂ, ਹੈ ਨਾ, ਤੋ ਉਹ ਲਾ ਕੇ ਇਹ ਫਾਰਮ ਹੋ ਜਾਂਦੇ ਆ, ਹੈ ਨਾ, ਵਰਡ। ਤੋ ਅੱਜ ਦਾ ਬਲੀਵ ਦੇ ਮਗਰ ed ਲੱਗ ਜਾਂਦਾ ਹੈ, ਠੀਕ ਹੈ ਨਾ, e ਲੱਗੇ ਜਾਂ ਤਾਂ ਆਲਰੇਡੀ ਲੱਗ ਗਿਆ ਤਾਂ ਬਲੀਵਡ ਬਣ ਗਿਆ ਨਾ। ਤਾਂ ਉਹ ਚੀਜ਼ ਨੂੰ ਆਪਾਂ ਤੁਸੀਂ ਦੇਖ ਲੈਣਾ, ਇਹ 3rd ਫਾਰਮ ਨੂੰ ਜਨਮ ਦਿੰਦੇ ਆ, 2nd ਤੇ 3rd ਨੂੰ, ਬਟ ਇਹਨਾਂ ਦੇ ਬਾਅਦ 3rd ਫਾਰਮ, 2nd ਫਾਰਮ ਤਾਂ ਇਕੱਲਾ ਪਾਸਟ ਇੰਡੈਫੀਨਿਟ ਦੇ ਵਿੱਚ ਆਉਂਦੀ ਹੈ। ਤਾਂ ਆਪਾਂ ਹੁਣ ਕੁਐਸਚਨ ਦੇਖਦੇ ਹਾਂ। ਦ ਪ੍ਰੈਜੈਂਟੇਸ਼ਨਸ ਹੈਵ ਬੀਨ ਡੈਸ਼, ਹੁਣ ਮੈਨੂੰ ਪਤਾ ਲੱਗ ਗਿਆ ਹੈਵ ਬੀਨ ਲੱਗਿਆ, ਤਾਂ ਚਾਂਸਸ ਮੇਰੇ ਵਰਬ ਦੀ 3rd ਫਾਰਮ ਦੇ। ਇਨ ਦ ਲਾਸਟ ਇਨਟੇਕ ਟੂ ਗ੍ਰੇਡ ਦ ਮਾਰਕਸ ਫॉर ਅ ਫਾਈਨਲ ਕਿਹਦੇ ਲਈ ਵੀ ਐਗਜ਼ਾਮੀਨੇਸ਼ਨ ਦੇ ਲਈ। ਤਾਂ ਮੈਨੂੰ ਪਤਾ ਲੱਗ ਗਿਆ ਵੀ ਜਿਹੜੀ ਮੇਰੀ ਫਾਈਨਲ ਐਗਜ਼ਾਮੀਨੇਸ਼ਨ ਆ ਇਹ ਮੇਰਾ ਕੀਵਰਡ ਆ, ਠੀਕ ਹੈ ਨਾ। ਪ੍ਰੈਜੈਂਟੇਸ਼ਨਸ ਵੀ ਮੇਰਾ ਕੀਵਰਡ ਆ। ਤਾਂ ਪਹਿਲਾਂ ਮੈਂ ਫਾਈਨਲ ਐਗਜ਼ਾਮੀਨੇਸ਼ਨ, ਤਾਂ ਮੈਂ ਕੀ ਕੀਤਾ, ਮੈਂ ਕੁਐਸਚਨ ਨੂੰ ਸਮਝਿਆ ਚੰਗੀ ਤਰ੍ਹਾਂ। ਇੱਕ ਚੀਜ਼ ਸਭ ਤੋਂ ਜ਼ਿਆਦਾ ਜ਼ਰੂਰੀ, ਕਈ ਵਾਰੀ ਸਟੂਡੈਂਟ ਕੁਐਸਚਨ ਨੂੰ ਸਮਝਦੇ ਨਹੀਂਗੇ, ਉਹ ਆਨਸਰ ਨੂੰ ਲੱਭ ਰਹੇ ਹੁੰਦੇ ਆ। ਜਦੋਂ ਸਾਡੇ ਕੁਐਸਚਨ ਹੀ ਨਹੀਂ ਸਮਝ 'ਚ ਆਇਆ ਤਾਂ ਆਨਸਰ ਕੀ ਸਾਨੂੰ ਲੱਭਣਾ। ਫਸਟ ਆਫ ਆਲ ਕੁਐਸਚਨ ਨੂੰ ਅੰਡਰਸਟੈਂਡ ਕਰੋ ਬੈਟਰ, ਦੈਨ ਯੂ ਕੈਨ ਫਾਈਂਡ ਦਾ ਆਨਸਰ। ਜਦੋਂ ਸਾਨੂੰ ਕੁਐਸਚਨ ਕਲੀਅਰ ਨਹੀਂ ਹੁੰਦਾ ਤਾਂ ਆਨਸਰ ਕਲੀਅਰ ਕਦੇ ਨਹੀਂ ਹੋ ਸਕਦਾ। ਜੇ ਸਾਡੇ ਐਡਰੈਸ ਹੀ ਨਹੀਂ ਸਾਡੇ ਕੋਲ ਐਗਜ਼ੈਕਟ ਨਾ ਰਾਈਟ ਨਹੀਂਗਾ, ਤਾਂ ਅਸੀਂ ਲੋਕੇਸ਼ਨ 'ਤੇ ਸਹੀ ਨਹੀਂ ਪਹੁੰਚ ਸਕਦੇ। ਸਾਡੇ ਕੋਲ ਐਡਰੈਸ ਸਹੀ ਚਾਹੀਦਾ, ਅਸੀਂ ਲੋਕੇਸ਼ਨ 'ਤੇ ਈਜ਼ੀਲੀ ਪਹੁੰਚ ਜਾਵਾਂਗੇ। ਸਾਡੇ ਕੋਲ ਅੰਡਰਸਟੈਂਡਿੰਗ ਬੈਟਰ ਚਾਹੀਦੀ ਕੁਐਸਚਨ ਦੀ, ਅਤੇ ਅਸੀਂ ਆਨਸਰ 'ਤੇ ਆਰਾਮਦਾਰੀ ਨਾਲ ਪਹੁੰਚ ਜਾਵਾਂਗੇ, ਹੈ ਨਾ। ਤਾਂ ਉਹ ਚੀਜ਼ ਨੂੰ ਸਮਝਣਾ, ਪਹਿਲਾਂ ਕੁਐਸਚਨ ਨੂੰ ਸਮਝੋ। ਆਪਾਂ ਨੂੰ ਪਤਾ ਲੱਗ ਗਿਆ ਕਿ ਦ ਪ੍ਰੈਜੈਂਟੇਸ਼ਨਸ ਹੈਵ ਬੀਨ ਕੀ ਕੀਤੀਆਂ ਗਈਆਂ ਵੀ ਡੈਸ਼। ਹੁਣ ਮੈਨੂੰ ਪਤਾ ਲੱਗ ਗਿਆ ਵਰਬ ਦੀ 3rd ਫਾਰਮ ਆਊਗੀ, ਤਾਂ ਮੈਂ ਕੀ ਕੀਤਾ, ਮੈਨੂੰ ਪਤਾ ਵੀ 3rd ਫਾਰਮ ਇਹ ਸ਼ਬਦਾਂ ਨਾਲ ਫਾਰਮ ਹੁੰਦੀ ਆ, ਠੀਕ ਹੈ, ਇਹ ਚੀਜ਼ ਦਾ। ਪਰ ਹੁਣ ਮੈਂ ਪ੍ਰੈਜੈਂਟੇਸ਼ਨ ਫਾਈਨਲ ਐਗਜ਼ਾਮੀਨੇਸ਼ਨ ਅਤੇ ਪ੍ਰੈਜੈਂਟੇਸ਼ਨ ਮੇਰਾ ਕੀਵਰਡ, ਤਾਂ ਮੈਂ ਕੀ ਕੀਤਾ, ਮੈਂ ਪੈਸਿਸ ਦੇ ਵਿੱਚ ਇੱਦਾਂ ਗਿਆ, ਮੈਂ ਦੇਖਿਆ ਕਿ ਪੈਸਿਸ ਫਾਈਨਲ ਐਗਜ਼ਾਮੀਨੇਸ਼ਨ, ਮੈਂ ਜਾ ਕੇ ਇਹਨੂੰ ਅੰਡਰਲਾਈਨ ਕਰ ਲਿਆ। ਜਦੋਂ ਮੈਂ ਇਹਨੂੰ ਅੰਡਰਲਾਈਨ ਕੀਤਾ ਤਾਂ ਮੈਂ ਦੇਖਿਆ ਯਾਰ ਇਹ ਸਟਾਰਟ ਕਿੱਥੋਂ ਹੁੰਦਾ ਸੈਂਟੈਂਸ ਤੇ ਇਹਦਾ ਐਂਡ ਕਿੱਥੇ ਹੁੰਦਾ ਸੈਂਟੈਂਸ ਦਾ। ਮੈਨੂੰ ਪਤਾ ਲੱਗਿਆ ਇੱਥੇ ਯਾਰ ਕੋਮਾ ਲੱਗਿਆ ਹੋਇਆ, ਤਾਂ ਇਟ ਮੀਨਸ ਸੈਂਟੈਂਸ ਅੱਗੇ, ਇੱਥੇ ਫੁੱਲ ਸਟਾਪ ਲੱਗਿਆ। ਤਾਂ ਮੈਂ ਇੰਨੇ ਦਾਇਰਾ ਪੜ੍ਹਨਾ ਹੈ, ਇਸ ਨੂੰ ਰੀਡ ਕਰਨਾ ਵੈਰੀ ਕੇਅਰਫੁਲੀ। ਬਿਗੇਸਟ ਥਿੰਕ ਇਹਦੇ ਵਿੱਚ ਯਾਦ ਰੱਖਣ ਵਾਲੀ ਕਿ ਅਸੀਂ ਇਸ ਪਾਰਟ ਦੇ ਵਿੱਚ ਵਰਬ ਦੀ 3rd ਫਾਰਮ ਨੂੰ ਦੇਖਣਾ, ਐਂਡ ਜੇਕਰ ਅਸੀਂ ਇੱਥੇ ਵਰਬ ਦੀ 3rd ਫਾਰਮ ਨਹੀਂ ਫਾਈਂਡ ਆਊਟ ਕਰ ਪਾ ਰਹੇ ਤਾਂ ਇਟਸ ਰੀਅਲੀ ਵੈਰੀ ਡਿਫਿਕਲਟ, ਹੈ ਨਾ। ਤਾਂ ਅਸੀਂ ਇਸ ਨੂੰ ਸਮਝਣਾ ਕਿ ਇਹਦੇ ਵਿੱਚ, ਕਿਉਂਕਿ ਸਾਰੀਆਂ ਤਾਂ ਵਰਬ ਦੀਆਂ 3rd ਫਾਰਮਸ ਨਹੀਂ ਹੋਣਗੀਆਂ, ਠੀਕ ਹੈ ਨਾ, ਐਂਡ ਡਿਫਰੈਂਟ ਥਿੰਗਸ ਹੁੰਦੀਆਂ। ਸਾਡੇ ਕੋਲ ਇੱਥੇ ਸਬਜੈਕਟ ਵੀ ਹੁੰਦੇ ਆ, ਜਿੱਦਾਂ ਨਾ ਸਾਡੇ ਕੋਲ ਵਰਬ ਵੀ ਹੁੰਦੇ ਆ, ਸਾਡੇ ਕੋਲ ਹੈਲਪਿੰਗ ਵਰਬ ਵੀ ਹੁੰਦੇ ਆ, ਸਾਡੇ ਕੋਲ ਆਬਜੈਕਟ ਵੀ ਹੁੰਦੇ ਆ, ਸਾਡੇ ਕੋਲ ਵਰਬ ਵੀ ਹੁੰਦੀ ਹੈ। ਜ਼ਿਆਦਾ ਤੋਂ ਜ਼ਿਆਦਾ ਸੈਂਟੈਂਸ ਨੂੰ ਕਨਫਿਊਜ਼ ਕਰਨ ਦੇ ਲਈ ਉਹਦੇ 'ਚ 1 ਜਾਂ 2 3rd ਫਾਰਮਸ ਹੋਣਗੀਆਂ ਨਾ, ਕਿ ਜੋ ਕੰਪਲੈਕਸ ਕੀਤਾ ਹੁੰਦਾ ਕੰਬਾਈਨਡ ਕਰਕੇ। ਤਾਂ ਉਸ ਕੰਡੀਸ਼ਨ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਪੈਸੇਜ ਨੂੰ, ਇਸ ਪਾਰਟ ਨੂੰ ਰੀਡ ਕਰਨਾ ਵੈਰੀ ਕੇਅਰਫੁਲੀ। ਇਹ 20% ਆ ਸਾਡਾ ਬਸ ਰੀਡਿੰਗ ਦਾ, ਇਹ ਪਾਰਟ ਹੀ, ਇਹਨੂੰ ਅਸੀਂ ਰੀਡ ਕਰਨਾ ਵੈਰੀ ਕੇਅਰਫੁਲੀ। ਜਦੋਂ ਅਸੀਂ ਇਹਨੂੰ ਰੀਡ ਕਰ ਲਿਆ ਤਾਂ ਸਾਡੇ ਆਨਸਰ ਕਲੀਅਰ ਹੋ ਜਾਊਗਾ ਕਿ ਹਾਂ ਯਾਰ ਇੱਥੇ ਵਰਬ ਦੀ ਸਾਡੀ 3rd ਫਾਰਮ ਪਈ ਹੋਈ ਆ। ਤਾਂ ਇਹਨੂੰ ਚੱਕਣਾ ਅਸੀਂ ਸਮਝਦਾਰੀ ਨਾਲ ਚੱਕਣਾ। ਆਈ ਵਿਲ ਹੈਲਪ ਇਨ ਦ ਫਿਲਿੰਗ ਦ ਬਲੈਂਕਸ, ਮੈਂ ਹੈਲਪ ਕਰੂੰਗਾ ਉਹਦੀ ਟੈਕਨੀਕ ਨੂੰ ਸਮਝਾਉਣ ਦੇ ਲਈ ਤੁਹਾਨੂੰ, ਹੈ ਨਾ, ਕਿਉਂਕਿ ਇਹ ਸਿਰਫ ਇਹਦੇ ਵਿੱਚ ਆਪਾਂ ਪ੍ਰੈਕਟਿਸ, ਇਹਦੇ ਵਿੱਚ ਟੈਕਨੀਕ ਸਿੱਖ ਰਹੇ ਹਾਂ, ਤਾਂ ਬਟ ਪ੍ਰੈਕਟਿਸ ਇਜ਼ ਡਿਫਰੈਂਟ, ਹੈ ਨਾ। ਤੋ ਫਿਰ ਆ ਗਈ ਹੈਲਪਿੰਗ ਵਰਬ ਟੈਕਨੀਕ। ਇਹਦੇ ਵਿੱਚ ਆਪਾਂ ਦੇਖਿਆ ਸੀ ਕਿ ਹੈਲਪਿੰਗ ਵਰਬ ਅੱਗੇ ਆਉਂਦੀ ਬਲੈਂਕਸ 'ਤੇ, ਹੈ ਨਾ, ਬਟ ਇਹਦੇ ਵਿੱਚ ਹੈਲਪਿੰਗ ਵਰਬ ਬੈਕ 'ਤੇ ਆਉਂਦੀ ਹੈ। ਹੁਣ ਇਹਦੇ ਵਿੱਚ ਕੀ ਹੈ, ਜੇ ਇਜ਼, ਵਾਜ਼ ਅਤੇ ਹੈਜ਼ ਬ੍ਰੈਕਟ ਦੇ ਬਾਅਦ ਦੇ ਵਿੱਚ ਲੱਗਿਆ ਤਾਂ ਆਨਸਰ ਸਾਡਾ ਸਿੰਗੂਲਰ ਆਊਗਾ।
ਜੇਕਰ ਆਰ ਵਰ ਤੇ ਹੈਵ ਲੱਗਿਆ ਤਾਂ ਸਾਡਾ ਆਨਸਰ ਪਲੂਰਲ ਆਊਗਾ। ਇਹ ਸਾਨੂੰ ਪਤਾ ਹੋਣਾ ਚਾਹੀਦਾ, ਕਿਉਂਕਿ ਬॉय ਇਜ਼ ਹੁੰਦਾ ਹੈ, ਬॉय ਵਾਜ਼ ਹੁੰਦਾ ਹੈ, ਠੀਕ ਹੈ ਨਾ, ਤੇ ਬॉय ਹੈਜ਼ ਹੁੰਦਾ ਹੈ, ਠੀਕ ਹੈ ਨਾ। ਕਦੇ ਵੀ ਐਸ ਨਾਲ ਨਹੀਂ ਆ ਸਕਦਾ, ਫਿਰ ਐਸ ਨਾਲ ਆ ਗਿਆ ਤਾਂ ਇਹ ਗਲਤ ਹੋ ਜਾਊਗਾ, ਠੀਕ ਹੈ ਨਾ। ਤਾਂ ਉਹ ਚੀਜ਼ ਆਪਾਂ ਨੂੰ ਸਮਝਣਾ। ਇਫ ਯੂ ਗੈਟ ਹੈਲਪਿੰਗ ਵਰਬ ਆਫਟਰ ਯੂਰ ਕੁਐਸਚਨ, ਬਲੈਂਕ ਤੋਂ ਬਾਅਦ ਹੁੰਦਾ ਹੈ, ਦੈਨ ਡੈਫੀਨੇਟਲੀ ਯੋਰ ਆਨਸਰ ਵਿਲ ਬੀ ਸਬਜੈਕਟ ਹੋਊਗਾ, ਠੀਕ ਹੈ ਨਾ। ਈਦਰ ਉਹ ਸਿੰਗੂਲਰ ਹੋ ਸਕਦਾ ਜਾਂ ਪਲੂਰਲ ਹੋਊਗਾ ਤੁਹਾਡਾ, ਹੈ ਨਾ। ਤਾਂ ਉਹ ਤੁਹਾਨੂੰ ਪਤਾ ਲੱਗ ਜੂਗਾ, ਹੈ ਨਾ। ਜੇਕਰ ਤਾਂ ਆਰ ਆ ਗਿਆ, ਆਪਾਂ ਨੂੰ ਪਤਾ ਵੀ ਆਨਸਰ ਐਸ ਨਾਲ ਆਊਗਾ, ਹੈ ਨਾ। ਤਾਂ ਇੱਥੇ ਦੇਖੋ ਆਹ ਕੁਐਸਚਨ ਤੋਂ ਹੀ ਪਤਾ ਲੱਗ ਜੂ। ਡੈਸ਼ ਰੀਸੈਂਟਲੀ ਹੈਜ਼ ਬੀਨ ਕੰਸਟਰਕਟਡ ਟੂ ਸੀ ਦਾ ਡਿਮਾਂਡ ਆਫ ਕਸਟਮਰ ਇਨ ਇੰਡੀਆ ਦੇ ਵਿੱਚ, ਕਸਟਮਰਸ ਇਨ ਇੰਡੀਆ। ਮੈਨੂੰ ਪਤਾ ਲੱਗ ਗਿਆ ਮੇਰਾ ਕੀਵਰਡ ਹੈ ਜਿਹੜਾ ਉਹ ਇੰਡੀਆ ਹੈ, ਐਂਡ ਮੈਂ ਇਹ ਚੀਜ਼ ਨੂੰ ਦੇਖਣਾ ਕਿ ਯਾਰ ਮੈਂ ਕਿੱਥੇ, ਮੈਂ ਦੇਖਣਾ ਕਿ ਹੈਜ਼ ਬੀਨ ਲੱਗਿਆ, ਤਾਂ ਮੇਰਾ ਆਨਸਰ ਕੀ ਆਊਗਾ, ਸਿੰਗੂਲਰ ਆਊਗਾ। ਇਹ ਚੀਜ਼ 'ਤੇ ਮੇਰਾ ਪੂਰਾ ਫੋਕਸ ਆ, ਇਹਨੂੰ ਮੈਂ ਧਿਆਨ ਰੱਖਣਾ। ਓਕੇ, ਮੈਂ ਇੰਡੀਆ ਨੂੰ ਜਾ ਕੇ ਮੈਂ ਇੱਥੇ ਮੇਰਾ ਦੇਖਿਆ, ਮੈਂ ਉੱਪਰ ਕਿ ਮੈਂ ਇੰਡੀਆ ਦਿੱਤਾ ਹੋਇਆ, ਤਾਂ ਮੈਂ ਫੁੱਲ ਸਟਾਪ ਟੂ ਫੁੱਲ ਸਟਾਪ ਦੇਖੂੰਗਾ, ਜਾ ਕੇ ਰੀਡ ਕਰੂੰਗਾ। ਇੰਨਾ ਇੱਕ ਚੀਜ਼ ਹੋਰ ਹੁੰਦੀ ਇੰਡੀਆ, ਕਿਉਂਕਿ ਇੱਕ ਜਗ੍ਹਾ 'ਤੇ ਨਹੀਂ ਹੋ ਸਕਦਾ, ਅਲੱਗ-ਅਲੱਗ ਜਗ੍ਹਾ 'ਤੇ। ਤਾਂ ਉਸ ਕੰਡੀਸ਼ਨ ਦੇ ਵਿੱਚ ਦੇਖਣਾ ਕਿ ਗੱਲ, ਆਪਾਂ ਨੂੰ ਕੁਐਸਚਨ ਪੜ੍ਹਨ ਤੋਂ ਪਤਾ ਲੱਗ ਜਾਂਦਾ ਵੀ ਗੱਲ ਉੱਥੇ ਚੱਲ ਰਹੀ ਹੈ ਜਾਂ ਨਹੀਂ ਚੱਲ ਰਹੀ। ਕਿਉਂਕਿ ਮੈਂ ਤਾਂ ਹੀ ਕਹਿ ਰਿਹਾ ਨਾ, ਕੁਐਸਚਨ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇੱਥੇ ਵਰਬ ਤੁਹਾਡੀ ਹੈਲਪ ਕਰਦੀ। ਕੰਸਟਰਕਟਡ, ਕੋਈ ਇੱਥੇ ਦੇਖੋ ਕੰਸਟਰਕਸ਼ਨ ਦੀ ਗੱਲ ਚੱਲ ਰਹੀ ਹੈ, ਕੰਸਟਰਕਟਡ ਦੀ, ਹੈ ਨਾ। ਤਾਂ ਫਿਰ ਹੁਣ ਇੰਨਾ ਤਾਂ ਮੈਨੂੰ ਪਤਾ ਲੱਗ ਗਿਆ ਵੀ ਇੱਥੇ ਕੋਈ ਨਾ ਕੋਈ ਬਿਲਡਿੰਗ ਦੀ ਗੱਲ ਆ ਰਹੀ, ਕਿਉਂਕਿ ਉਹ ਕੰਸਟਰਕਟਡ ਕਿ ਰੀਸੈਂਟਲੀ ਕੋਈ ਚੀਜ਼ ਉਹ ਕਹਿੰਦੇ ਕਿ ਕੰਸਟਰਕਟਡ ਹੋਈ ਆ, ਡਿਮਾਂਡ ਨੂੰ ਦੇਖਦੇ ਹੋਏ ਕਸਟਮਰਸ ਦੀ ਇਨ ਇੰਡੀਆ ਦੇ ਵਿੱਚ। ਤਾਂ ਮੈਂ ਫੁੱਲ ਸਟਾਪ ਤੋਂ ਫੁੱਲ ਸਟਾਪ ਦੇਖਣਾ। ਤਾਂ ਇੰਨੇ ਦਾਇਰੇ ਦੇ ਵਿੱਚ ਇੱਕ ਚੀਜ਼ ਮੈਨੂੰ ਹੁਣ ਪਤਾ ਲੱਗ ਗਈ ਆ ਕਿ ਹੈਜ਼ ਲੱਗਾ ਹੋਇਆ, ਤਾਂ ਆਨਸਰ ਮੇਰਾ ਸਿੰਗੂਲਰ ਆਊਗਾ। ਹੁਣ ਇੱਥੇ ਮੌਲ ਆ ਸਕਦਾ ਹੈ, ਠੀਕ ਹੈ ਨਾ, ਬਟ ਮੌਲਸ ਨਹੀਂ ਆ ਸਕਦਾ ਗਾ। ਇਹ ਚੀਜ਼ ਨੂੰ ਮੈਂ ਆਪਣੇ ਪੂਰੇ ਦਿਮਾਗ, ਏਅਰਪੋਰਟ ਆ ਸਕਦਾ ਬਟ ਏਅਰਪੋਰਟਸ ਨਹੀਂ ਆ ਸਕਦਾ ਗਾ। ਤਾਂ ਆਪਾਂ ਇਹ ਚੀਜ਼ ਦਾ ਧਿਆਨ ਰੱਖਣਾ ਹੈ ਨਾ। तो दैट मस्ट हेल्प यू टू बी। पढ़ना दायरा कितना, फुल स्टॉप टू फुल स्टॉप 20% है, ठीक है। रेस्ट ऑफ वेस्टेज ऑफ टाइम है ना, रेस्ट इज वेस्टेज ऑफ टाइम। तो एन लगा है, सॉरी ए लगा है, एन लगा तो दा लग्या होया। ਇਹਦੇ ਇਹਨਾਂ ਦੇ ਬਾਅਦ ਜ਼ਿਆਦਾਤਰ ਐਡਜੈਕਟਿਵ ਆਉਂਦਾ ਹੈ ਤੇ ਨਾउन ਆਉਂਦਾ ਹੈ, ਕਿਉਂਕਿ ਇਹ ਜਿਹੜੇ ਆ ਇਹ ਨਾउन ਨੂੰ ਸੰਬੋਧਨ ਕਰਦੇ ਹੁੰਦੇ ਆ, ਕਿ ਨਾउन ਦੇ ਜ਼ਿਆਦਾ ਅੱਗੇ ਆਉਂਦੇ ਆ। ਐਂਡ ਇਹਨਾਂ ਦੇ ਬਾਅਦ ਕਈ ਵਾਰੀ ਐਡਜੈਕਟਿਵ ਵੀ ਹੁੰਦਾ। ਇਫ ਯੂ ਗੈਟ ਐਨ ਆਰਟੀਕਲ, ਇਹਨਾਂ ਨੂੰ ਆਰਟੀਕਲ ਕਿਹਾ ਜਾਂਦਾ, ਬਿਫੋਰ ਦ ਬਲੈਂਕ, ਇਟ ਇਜ਼ 90% ਸ਼ੋਰ ਹੈ ਯੂ ਗੈਟ ਐਨ ਆਰਟੀਕਲ ਬਿਫੋਰ ਯੂਰ ਆਨਸਰ। ਤੁਹਾਡੇ ਆਨਸਰ ਦੇ ਮੂਹਰੇ ਐਨ ਆਰਟੀਕਲ ਵੀ ਆ ਸਕਦਾ ਹੈ, ਕਿਉਂਕਿ ਉੱਥੇ ਵੀ ਨਾउन ਆਉਣਾ। ਤਾਂ ਨਾउन ਨੂੰ ਪ੍ਰੈਜੈਂਟੇਸ਼ਨ ਦੇਣ ਦੇ ਲਈ ਜ਼ਿਆਦਾਤਰ ਕੀ ਆ, ਉਹ ਇਹ ਚੀਜ਼ ਨੂੰ ਲਗਾਉਣਗੇ ਨਾ। ਤੋ ਐਨ ਲੱਗਿਆ, ਸਾਨੂੰ ਇਹ ਵੀ ਚੀਜ਼ ਪਤਾ ਹੈ ਕਿ ਸਾਡਾ ਆਨਸਰ ਕਿਹਦੇ ਨਾਲ ਆਉਣਾ, ਵਾਵਲ ਨਾਲ ਆਉਣਾ ਹੈ। ਵਾਵਲ ਆਪਣੇ ਏ ਈ ਆਈ ਓ ਤੇ ਯੂ, ਇਹਨਾਂ ਦੇ ਨਾਲ ਆ ਜਾਊਗਾ। ਤਾਂ ਇਹ ਚੀਜ਼ ਦਾ ਆਪਾਂ ਧਿਆਨ ਰੱਖਣਾ, ਠੀਕ ਹੈ। ਰੈਸਟ ਏ ਤੇ ਦਾ ਦੇ ਨਾਲ ਨਾ ਆਪਣੇ ਕੌਨਸੋਨੈਂਟ ਨਾਲ ਸ਼ਬਦ ਸ਼ੁਰੂ ਹੋਗਾ। ਤੋ ਇਹ ਡੈਸ਼ ਇਜ਼ ਐਕਸਟ੍ਰੀਮ ਪਾਪੂਲਰ ਡਿਊ ਟੂ ਐਕਸੈਸਿਵ ਐਕਸਪੋਰਟੇਸ਼ਨ ਇਨ ਇੰਡੀਆ। ਆਪਾਂ ਨੂੰ ਪਤਾ ਲੱਗਾ ਕੀਵਰਡ ਮੇਰਾ ਇੰਡੀਆ ਹੈ, ਠੀਕ ਹੈ ਨਾ। ਇੱਕ ਚੀਜ਼ ਮੈਂ ਕਲੀਅਰ ਆ, ਤੁਹਾਨੂੰ ਮੈਂ ਪਹਿਲਾਂ ਹੀ ਸਮਝਾਇਆ ਇੱਥੇ ਕਿ ਇਜ਼ ਲੱਗਾ, ਇੱਥੇ ਸਿੰਗੂਲਰ ਹੋਣਾ, ਬਟ ਇੰਨਾ ਵੀ ਸ਼ੋਰ ਆ ਕਿ ਕੋਈ ਨਾउन ਆ ਰਿਹਾ ਹੈ। तो ये मगर ए मूरे सॉरी आ ए लग्या होया, तो आप ए नू देखना। पैसेज दे विच आप चले गए इंडिया दे विच, इन्ने दायरे दे विच आप जाके फुल स्टॉप टू फुल स्टॉप जाके थोड़ा जिहा पढ़ना पऊगा। तो आप की जाके लभना है, आप जाके लभना है कि नाउन किहड़ा है, ठीक है। किसी चीज़ का कोई चीज़ उन्होंने पूछा कि कोई चीज़ का नाम आऊगा। डैश इज़ एक्सट्रीम पॉपुलर ड्यू टू एक्सैसिव एक्सपोर्टेशन इन इंडिया। तो किसी चीज़ की इंपोर्टेशन हो रही है, तो ਜਿਹੜੀ ਚੀਜ਼ ਬਹੁਤ ਜ਼ਿਆਦਾ ਪਾਪੂਲਰ ਹੈ ਇੰਡੀਆ ਦੇ ਵਿੱਚ ਐਂਡ ਉਹ ਸਿੰਗੂਲਰ ਆਊਗਾ ਤੇ ਉਹਦੇ ਮਗਰੇ ਏ ਲੱਗੇ ਹੋਣ ਦੇ ਚਾਂਸਸ ਜ਼ਿਆਦਾ ਹੈ। ਇੱਕ ਚੀਜ਼ ਹੋਰ ਆ, ਇੱਥੇ ਨਾउन ਦੇ ਬਾਰੇ ਮੈਂ ਗੱਲ ਕਰ ਰਿਹਾ ਸੀਗਾ, ਫਿਰ ਕਈ ਵਾਰੀ ਐਡਜੈਕਟਿਵ ਹੁੰਦਾ, ਠੀਕ ਹੈ ਨਾ। ਕਈ ਵਾਰੀ ਦੋ ਸ਼ਬਦ ਆ ਜਾਂਦੇ, ਟੂ ਵਰਡ ਆਨਸਰ ਆ ਜਾਂਦਾ। ਸੋ ਦੇਰ ਇਜ਼ ਆ ਡੈਸ਼ ਆ ਜਾਂਦਾ ਹੈ। तो इन बास्केट मैंने पता लग गया एडजैक्टिव की होंगे, जिदा रैड आ गया, नाउन एप्पल तो रैड एडजैक्टिव आ, ठीक है। तो अपन उत्थे भी हैल्प हो जूगी। रैड आ गया, ब्लैक ब्लू जो भी है ना, बिग स्मॉल, वो अपना एडजैक्टिव के रूप के आ जाऊगा, तो अपन हैल्प करूँगा। फिर जेकर अगे आप देखिए कि आ
ਟੈਕਨੀਕ ਜਿੱਦਾਂ ਦੈਟ, ਦਾ, ਆਫ, ਦੇਅਰ, ਬਿਟਵੀਨ, ਐਨੀ, ਸੈਵਰਲ, ਡਿਫਰੈਂਟ, ਇਹ ਸ਼ਬਦ ਆ ਜਾਂਦੇ ਆ ਬ੍ਰੈਕਟ ਦੇ ਮੂਹਰੇ। ਚਾਂਸਸ ਜ਼ਿਆਦਾਤਰ ਹੁੰਦੇ ਕਿ ਆਨਸਰ ਐਸ ਨਾਲ ਆਊਗਾ। ਚਾਂਸਸ ਐਸ ਮਤਲਬ ਕੀ ਆ, ਪਲੂਰਲ ਦੇ ਚਾਂਸਸ ਜ਼ਿਆਦਾ ਚਲੇ ਜਾਂਦੇ ਆ। ਤੋ ਦੈਟ ਹੈਲਪ ਅਸ ਟੂ ਅੰਡਰਸਟੈਂਡ ਬੈਟਰ, ਠੀਕ ਹੈ ਨਾ। ਜਿੱਦਾਂ ਮੈਂ ਤੁਹਾਨੂੰ ਇੱਥੇ ਇਹ ਚੀਜ਼ ਦੱਸ ਰਿਹਾ ਕਿ ਜ਼ਿਆਦਾਤਰ ਜਿੱਦਾਂ okay, your answer will definitely come with the s ਹੁੰਦਾ, whether it's in the reading or listening ਦੇ ਵਿੱਚ ਹੁੰਦਾ ਹੈ। ਤਾਂ ਆਪਾਂ ਧਿਆਨ ਰੱਖਣਾ ਕਿ ਕਿਸ ਤਰ੍ਹਾਂ ਨਾ ਹੁੰਦਾ ਹੈ। ਉਹ ਕਹਿੰਦੇ ਦੇਖੋ ਦਾ ਨੰਬਰ ਆਫ, ਆਪਾਂ ਨੂੰ ਇੱਕ ਚੀਜ਼ ਤਾਂ ਪਤਾ ਲੱਗੇ ਵੀ ਨੰਬਰ ਆਫ ਕੋਈ ਜ਼ਿਆਦਾ ਪੁੱਛ ਰਿਹਾ, ਫਿਰ ਮੈਨੂੰ ਇਹ ਚੀਜ਼ ਗ੍ਰਾਮੈਟੀਕਲ ਤੌਰ 'ਤੇ ਪਤਾ ਲੱਗੇ ਵੀ ਆਰ ਲੱਗਿਆ, ਆਰ ਦੇ ਮੂਹਰੇ ਕੀ ਆਉਣਾ ਹੈ, ਪਲੂਰਲ ਆਉਣਾ ਹੈ। ਤਾਂ ਮੈਨੂੰ ਇਹ ਚੀਜ਼ ਹੈਲਪ ਕਰੂਗੀ ਕਿ ਆਨਸਰ ਫਾਈਂਡ ਕਰਨ ਦੇ ਲਈ। ਤਾਂ ਆਰ ਦੇ ਮੂਹਰੇ ਪਲੂਰਲ, ਆਰ ਮੋਰ ਪਾਪੂਲਰ ਇਨ ਇੰਡੀਆ, ਇੰਡੀਆ ਦੇ ਵਿੱਚ ਜ਼ਿਆਦਾ ਪਾਪੂਲਰ ਆ। The number of dash are more popular in India। ਹੁਣ ਮੈਂ कीवर्ड देखा, मैं इंडिया तो मैं चला गया इतने, मैं फुल स्टॉप टू फुल स्टॉप देखा। ਹੁਣ ਮੈਂ ਇੰਨਾ ਸ਼ੋਰ ਹੈਗਾ ਕਿ ਇੱਕ ਤਾਂ ਨੰਬਰ ਆਫ ਲੱਗਿਆ ਤੇ ਇੱਕ ਬ੍ਰੈਕਟ ਦੇ ਮਗਰ ਆਰ ਲੱਗਿਆ। ਤਾਂ ਇੰਨੇ ਦਾਇਰੇ ਦੇ ਵਿੱਚੋਂ ਫੁੱਲ ਸਟਾਪ ਟੂ ਫੁੱਲ ਸਟਾਪ ਜਾਂ ਅੱਗੇ ਇਨਫੋਰਮੇਸ਼ਨ ਥੋੜੀ ਪੜ੍ਹਨੀ ਪੈ ਰਹੀ। ਤਾਂ ਇੰਨੇ ਦਾਇਰੇ ਦੇ ਵਿੱਚੋਂ ਮੈਂ ਆਨਸਰ ਕੀ ਚੱਕਣਾ ਜਿਹਦੇ ਨਾਲ ਐਸ ਲੱਗਿਆ ਹੋਵੇ। ਕੀ ਲੱਗਿਆ ਹੋਵੇ, ਐਸ ਲੱਗਿਆ ਹੋਵੇ। ਤੇ ਐਸ ਆਏ ਨਹੀਂ ਵੀ ਸਾਰਿਆਂ ਨਾਲ ਐਸ ਹੋਊਗਾ ਜੇ ਦੋ ਸ਼ਬਦਾਂ ਨਾਲ, ਬਟ ਇਸ ਪਾਰਟ ਨੂੰ ਵੈਰੀ ਕੇਅਰਫੁਲੀ ਰੀਡ ਕਰਨਾ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਕਿ ਐਸ ਇਸ ਤਰ੍ਹਾਂ ਕਿੱਥੇ ਹੋਊਗਾ ਨਾ। ਐਸ ਵਾਲਾ ਸ਼ਬਦ ਆਪਾਂ ਨੂੰ ਉਹ ਹੈਲਪ ਕਰੂਗਾ। ਤੋ ਇਹ ਚੀਜ਼ ਤੁਹਾਡੀ ਮਦਦ ਕਰੂਗੀ ਇੱਥੇ, ਠੀਕ ਹੈ, ਗ੍ਰਾਮੈਟੀਕਲ ਤੌਰ 'ਤੇ। ਜੇਕਰ ਤਾਂ ਐਂਡ ਔਰ ਇਹ ਦੋਨੇ ਇੱਕ ਵੇ ਨਾਲ ਸੰਬੋਧਨ ਅਤੇ ਜਾਂ ਹੈ ਨਾ। ਤੋ ਜਿੱਦਾਂ ਕੁਐਸਚਨ ਆ ਗਿਆ, ਇਹ ਵੀ ਤਕਨੀਕ ਨੂੰ ਸਮਝਣਾ ਕਿ ਗਰਲਸ ਯੂਜ਼ਲੀ ਟੇਕ ਪਾਰਟ ਇਨ ਦਾ ਡਾਂਸਿੰਗ, ਸਿੰਗਿੰਗ। ਹੁਣ ਮੈਂ ਦੇਖਿਆ ਡਾਂਸਿੰਗ, ਸਿੰਗਿੰਗ ਐਂਡ ਡੈਸ਼ ਇਨ ਸਕੂਲ। ਹੁਣ ਮੈਂ ਦੇਖਿਆ ਕਿ ਸਕੂਲ ਮੇਰਾ ਕੀਵਰਡ ਆ, ਐਂਡ ਦੇ ਮੂਹਰੇ ING ਵਾਲਾ ਸ਼ਬਦ ਆ, ਚਾਂਸਸ ਮੇਰੇ ਮਗਰ ਵੀ ING ਵਾਲਾ ਸ਼ਬਦ ਹੋਵੇਗਾ, ਠੀਕ ਹੈ ਨਾ। ਤਾਂ ਮੈਂ ਇਹਨੂੰ ਦੇਖਿਆ ਕਿ ਮੈਂ ਕੀਵਰਡ ਦੇਖਿਆ, ਮੈਂ ਸਕੂਲ ਦੇਖਿਆ ਅਤੇ ਗਰਲਸ ਦੇਖਿਆ, ਠੀਕ ਹੈ ਨਾ। ਤਾਂ ਗਰਲਸ ਮੈਂ ਜਿੱਦਾਂ ਦੇਖ ਲਿਆ, ਫਿਰ ਮੈਂ ਚਲਾ ਗਿਆ ਪੈਸਿਸ ਦੇ ਵਿੱਚ। ਤਾਂ ਪੈਸਿਸ ਦੇ ਵਿੱਚ ਜਾ ਕੇ ਮੈਂ ਫਾਈਂਡ ਆਊਟ ਕੀਤਾ ਕਿ ਗਰਲਸ, ਕਿਉਂਕਿ ਅਸੀਂ ਕੀ ਕਰਦੇ ਹਾਂ, ਲੋਕੇਸ਼ਨ ਤਾਂ ਮਿਲ ਗਈ ਆ, ਅਸੀਂ ਇਹ ਚੀਜ਼ ਦਾਇਰੇ ਨੂੰ ਪੜ੍ਹਦੇ ਬਟ ਸਾਡੇ ਸਮਝ 'ਚ ਨਹੀਂ ਆਉਂਦਾ। ਰੀਜ਼ਨ ਉਹਦੇ ਪਿੱਛੇ ਇਹੀ ਆ ਕਿਉਂਕਿ ਇੰਨੇ ਦਾਇਰੇ ਦੇ ਵਿੱਚ ਵਕੈਬ ਜ਼ਿਆਦਾ ਦਿੱਤੀ ਹੁੰਦੀ ਆ, ਸਿਨੋਨਿਮਸ ਦਿੱਤੇ ਹੁੰਦੇ, ਅਸੀਂ ਕਨਫਿਊਜ਼ ਹੋ ਜਾਂਦੇ। ਤਾਂ ਅਸੀਂ ਕੀ ਦੇਖਿਆ ਕੀ ਆ, ਸਾਡਾ ਆਨਸਰ ING ਨਾਲ ਆਉਣਾ ਕਿਉਂਕਿ ਉੱਥੇ ਐਂਡ ਦੇ ਮੂਹਰੇ ING ਵਾਲਾ ਦਿੱਤਾ ਹੋਇਆ ਸੀ। ਤਾਂ ਇਸ ਦਾਇਰੇ ਦੇ ਵਿੱਚੋਂ ਮੈਂ ਫੁੱਲ ਸਟਾਪ ਟੂ ਫੁੱਲ ਸਟਾਪ, ਠੀਕ ਹੈ ਨਾ, ਕੀ ਪਿਕ ਕਰਨਾ ਹੈ, ING ਵਾਲਾ ਆਨਸਰ ਚੈੱਕ ਕਰਨਾ। ING ਦੇਖਣਾ ਕਿਹਦੇ ਨਾਲ ਲੱਗਿਆ ਹੋਇਆ, ਹੁਣ ਸਾਰਿਆਂ ਦੇ ਨਾਲ ਲੱਗਿਆ ਨਹੀਂ ਹੋ ਸਕਦਾ, ਠੀਕ ਹੈ। ਤਾਂ ਉਹ ਚੀਜ਼ ਨੂੰ ਆਪਾਂ ਪਿਕ ਕਰ ਲੈਣਾ, ਦੈਟ ਹੈਲਪ ਅਸ। ਇੱਕ ਚੀਜ਼ ਹੋਰ ਸਮਝੋ ਕਿ ਜੇਕਰ ਮੂਹਰੇ ਬ੍ਰੈਕਟ ਪਈ ਹੋਈ ਆਪਣੇ ਖਾਲੀ ਹੈ ਨਾ, ਤਾਂ ਮਗਰ ED ਦਿੱਤਾ ਤਾਂ ਮੂਹਰੇ ਵੀ ED ਆਊਗਾ, ਮਗਰ ING ਦਿੱਤਾ ਤਾਂ ਮੂਹਰੇ ਵੀ ING ਆਊਗਾ, ਮਗਰ ਐਸ ਵਾਲਾ ਸ਼ਬਦ ਆ ਤਾਂ ਮੂਹਰੇ ਵੀ ਐਸ ਵਾਲਾ ਹੀ ਆਵੇਗਾ। ਇਹ ਚੀਜ਼ ਨੂੰ ਧਿਆਨ 'ਚ ਰੱਖਣਾ ਪਲੀਜ਼, ਹੈ ਨਾ। ਤਾਂ ਅੱਗੇ ਦੇਖੋ ਕੀ ਆ, ਜੇਕਰ ਐਜ਼ ਦਿੱਤਾ ਹੋਵੇ ਬ੍ਰੈਕਟ ਦੇ ਮੂਹਰੇ, ਐਜ਼ ਜਿਹੜਾ ਨਾਮ ਨੂੰ ਸੰਬੋਧਨ ਕਰਦਾ ਹੈ, ਕਿਸ ਚੀਜ਼ ਦਾ ਨਾਮ, ਐਜ਼ ਡੈਸ਼, ਯੂ ਵਿਲ ਗੈਟ ਨਾਊਨ ਆਫਟਰ ਐਜ਼ ਇਨ ਦਾ ਰੀਡਿੰਗ ਐਂਡ ਲਿਸਨਿੰਗ ਦੇ ਵਿੱਚ। ਤੁਸੀਂ ਰੀਡਿੰਗ ਅਤੇ ਲਿਸਨਿੰਗ ਦੇ ਵਿੱਚ ਨਾਊਨ ਗੈਟ ਕਰਦੇ ਆ। ਦੇਖੋ ਦ ਆਈਲੈਂਡ, ਦ ਇਜ਼ਲੈਂਡ ਇਜ਼ ਇਜ਼ ਫੇਮਸ ਆ ਐਜ਼ ਡੈਸ਼, ਠੀਕ ਆ। ਤਾਂ ਆਪਾਂ ਉਹ ਕਹਿੰਦੇ ਕੀ ਆ, ਦ ਇਜ਼ਲੈਂਡ ਇਜ਼ ਮੋਸਟ ਫੇਮਸ ਐਜ਼ ਡੈਸ਼। ਜਿੱਦਾਂ ਆਪਾਂ ਕਹਿੰਦਾ ਹਿਲ ਸਟੇਸ਼ਨ ਟੂ ਵਿਜ਼ਿਟ ਫੋਰ ਦ ਟੂਰਿਸਟ ਇਨ ਆਸਟ੍ਰੇਲੀਆ। ਆਪਾਂ ਦੇਖਿਆ ਕਿ ਟੂਰਿਸਟ ਦੇ ਵਿਜ਼ਿਟ ਕਰਨ ਦੇ ਲਈ ਇਨ ਆਸਟ੍ਰੇਲੀਆ, ਮੇਰਾ ਕੀਵਰਡ ਆਸਟ੍ਰੇਲੀਆ ਆ ਗਿਆ ਤਾਂ ਮੈਂ ਇਹਨੂੰ ਪਿਕ ਕਰ ਲਿਆ। ਸੋ ਇਟ ਮਸਟ ਹੈਲਪ ਮੀ, ਠੀਕ ਹੈ। ਮੈਂ ਦੇਖਣਾ ਕਿ ਐਜ਼ ਕਿਉਂਕਿ ਨਾਮ ਨੂੰ ਸੰਬੋਧਨ ਕਰਦਾ ਤਾਂ ਕੋਈ ਚੀਜ਼ ਦਾ ਪੁੱਛ ਰਿਹਾ, ਫੇਮਸ ਕੀ ਆ, ਐਜ਼ ਏ ਫੇਮਸ ਕੀ ਆ। ਜਿੱਦਾਂ ਆਪਾਂ ਕਹਿੰਦੇ ਨਾ ਕਿ ਐਜ਼ ਏ ਟੀਚਰ, ਐਜ਼ ਏ ਮੈਨੇਜਰ, ਐਜ਼ ਏ ਆਫਿਸਰ, ਜੋ ਵੀ ਨਾ, ਤਾਂ ਆਪਾਂ ਨੂੰ ਪਤਾ ਲੱਗ ਗਿਆ। ਹੁਣ ਆਸਟ੍ਰੇਲੀਆ ਮੇਰਾ ਕੀਵਰਡ ਆ ਤਾਂ ਮੈਂ ਆਸਟ੍ਰੇਲੀਆ ਨੂੰ ਫਾਈਂਡ ਆਊਟ ਕਰੂੰਗਾ ਪੈਸੇਜ ਜਿੱਥੇ ਮੈਨੂੰ ਮਿਲ ਗਿਆ ਆਸਟ੍ਰੇਲੀਆ, ਫੁੱਲ ਸਟਾਪ ਟੂ ਫੁੱਲ ਸਟਾਪ ਐਜ਼ ਲੱਗਿਆ ਤਾਂ ਮੇਰਾ ਨਾਮ ਨਾ, ਚਾਂਸਸ ਆ ਕਿ ਤੁਹਾਡੀ ਜਿਹੜੀ ਚੀਜ਼ ਨੂੰ ਨਾਮ ਨੂੰ ਐਕਸਪ੍ਰੈਸ ਕੀਤਾ ਹੋਊਗਾ ਤਾਂ ਉਹ ਕਲੀਅਰ ਹੋਊਗਾ ਤੁਹਾਡੇ, ਕਿਉਂਕਿ ਬਿਗਨਿੰਗ 'ਚੋਂ ਸ਼ੁਰੂ ਹੋ ਜਾਂਦਾ ਸੈਂਟੈਂਸ ਦੇ ਨਾਮ ਵਗੈਰਾ, ਹੈ ਨਾ। ਤੁਹਾਡੀ ਬ੍ਰੈਕਟ ਲੱਗੀ ਉਹਦੇ ਮਗਰ LY ਵਾਲਾ ਵਰਡ ਆ ਜਾਵੇ, ਯੂ ਵਿਲ ਹੈਵ ਅ ਵਰਬ ਇਫ ਯੂ ਗੈਟ LY ਆਫਟਰ ਅ ਬਲੈਂਕ, ਮਤਲਬ LY ਨਹੀਂ, ਮਤਲਬ ਕਿ LY ਵਾਲਾ ਵਰਡ ਆ ਜਾਵੇ। ਜਿੱਦਾਂ ਕਿ ਦ ਪਾਪੂਲੈਰਿਟੀ ਆਫ ਸਿੰਗਿੰਗ ਡੈਸ਼ ਸਲਾਈਟਲੀ ਇਨ ਜਰਮਨ ਸਿੰਸ ਦ ਫਿਊ, ਕਿਹਦੇ ਤੋਂ ਵੀ
ਈਅਰਸ ਤੋਂ ਮੈਨੂੰ ਇੱਕ ਚੀਜ਼ ਪਤਾ ਲੱਗ ਗਈ ਵੀ ਸਲਾਈਟਲੀ ਇਹਨੂੰ ਐਡਵਰਬ ਕਹਿੰਦੇ ਆ, ਠੀਕ ਹੈ। ਇਹ ਵਰਬ ਦੀ ਵਿਸ਼ੇਸ਼ਤਾ ਦੱਸਦਾ। ਤੋ ਐਡਵਰਬ ਵਰਬ ਤੋਂ ਬਾਅਦ ਐਡਵਰਬ ਆਉਂਦਾ, ਮਤਲਬ ਕਿ ਤੁਹਾਡੀ ਮੂਹਰੇ ਵਰਬ ਆਉਣੀ ਆ। ਤੋ ਅਸੀਂ ਫੋਕਸ ਰੱਖਣਾ। ਮੈਨੂੰ ਪਤਾ ਲੱਗ ਗਿਆ ਕਿ ਜਰਮਨ ਮੇਰਾ ਕੀਵਰਡ ਆ। ਮੈਂ ਪੈਸੇਜ ਦੇ ਵਿੱਚ ਚਲਾ ਗਿਆ, ਤੋ ਜਰਮਨ ਨੂੰ ਮੈਂ ਫਾਈਂਡ ਆਊਟ ਕੀਤਾ ਐਂਡ ਮੈਂ ਦੇਖਣਾ ਕਿ ਮੇਰੀ ਵਰਬ ਦੀ ਫਾਰਮ ਕਿਹੜੀ ਆਊਗੀ, ਹੈ ਨਾ, ਵਰਬ ਦੇਖਣੀ ਹੈ। ਐਂਡ ਇੰਨੇ ਦਾਇਰੇ ਦੇ ਵਿੱਚ ਉੱਥੇ ਜਾ ਕੇ ਮੈਂ ਜਿੱਥੇ ਮੇਰਾ ਜਰਮਨ ਦਿੱਤਾ ਹੋਇਆ ਫੁੱਲ ਸਟਾਪ ਤੋਂ ਫੁੱਲ ਸਟਾਪ, ਥੋੜ੍ਹਾ ਅੱਗੇ ਪਿੱਛੇ ਵੀ ਰੀਡ ਕਰਨਾ ਪੈ ਸਕਦਾ, ਤਾਂ ਮੈਂ ਫਾਈਂਡ ਆਊਟ ਕਰੂੰਗਾ ਮੇਰੀ ਵਰਬ, ਹੈ ਨਾ। ਜੇਕਰ ਮੰਨ ਲਓ ਕਿ ਬ੍ਰੈਕਟ ਆ ਜਾਂਦੀ ਆ, ਉਹਦੇ ਮਗਰ ਵਰਬ ਲੱਗੀ ਆ, ਠੀਕ ਹੈ, ਮੂਰੇ ਸਬਜੈਕਟ ਮਿਸਿੰਗ ਹੋਊਗਾ, ਕਿਉਂਕਿ ਸਬਜੈਕਟ ਵਰਬ ਆਉਂਦਾ ਹੈ ਜਾਂ ਇੱਦਾਂ ਹੁੰਦਾ ਸਬਜੈਕਟ ਹੈਲਪਿੰਗ ਵਰਬ ਆਬਜੈਕਟ ਅਤੇ ਰਿਮੇਨਿੰਗ ਹੁੰਦਾ ਨਾ। ਤੋ ਮੈਨੂੰ ਪਤਾ ਲੱਗਿਆ ਵਰਬ ਆ, ਤਾਂ ਇੱਥੇ ਸਬਜੈਕਟ ਮਿਸਿੰਗ ਹੈਗਾ, ਤਾਂ ਮੈਂ ਉੱਥੇ ਫੋਕਸ ਰੱਖੂੰਗਾ। ਤੋ ਮੈਨੂੰ ਪਤਾ ਲੱਗ ਗਿਆ ਗੋਟ ਲੱਗਿਆ ਹੋਇਆ, ਤੋ ਇੱਥੇ ਸਬਜੈਕਟ ਮਿਸਿੰਗ ਆ। ਡੈਸ਼ ਗੋਟ ਗ੍ਰੇਟ ਪੋਪੂਲੈਰਿਟੀ ਅਮੰਗ ਦ ਪੀਪਲ ਇਨ ਇੰਡੀਆ ਫਰੋਮ ਲਾਸਟ ਫਿਊ ਉਹ ਕਹਿੰਦੇ ਕੀ ਈਅਰਸ। ਤੋਂ ਮੈਨੂੰ ਪਤਾ ਲੱਗ ਗਿਆ ਕਿ ਇੰਡੀਆ ਮੇਰਾ ਕੀਵਰਡ ਆ, ਤੋ ਮੈਂ ਚਲਾ ਗਿਆ ਕੀਵਰਡ ਕੋਲ। ਤੋ ਇੱਥੇ ਜਦੋਂ ਮੈਂ ਗਿਆ ਮੈਂ ਦੇਖਿਆ ਕਿ ਇਹਦੇ ਵਿੱਚ ਮੈਂ ਜਾ ਕੇ ਦੇਖਿਆ ਕਿ ਡੈਸ਼ ਗੋਟ ਪੋਪੂਲੈਰਿਟੀ, ਕਿਹੜੀ ਚੀਜ਼ ਨੇ ਪੋਪੂਲੈਰਿਟੀ ਕਰ। ਹੁਣ ਇੱਥੇ ਆਪਾਂ ਨੂੰ ਐਂ ਪਤਾ ਲੱਗੂਗਾ ਕਿ ਯਾਰ ਸਬਜੈਕਟ ਕਿਹੜਾ ਹੋਗਾ। ਹੁਣ ਮੈਨੂੰ ਇੰਨਾ ਤਾਂ ਪਤਾ ਵੀ ਵਰਬ ਦੇ ਨਾਲ ਵਰਬ ਦਿੱਤੀ ਹੋਈ ਹੈ ਈਡੀ ਵਾਲੀ, ING ਵਾਲੀ ਉਹ ਨਹੀਂ, ਮੈਂ ਕਾਰ ਦਿੱਤਾ ਹੋਇਆ ਉਹ ਆਬਜੈਕਟ ਆ, ਠੀਕ ਹੈ ਨਾ। ਇਹ ਚੀਜ਼ਾਂ ਮੈਨੂੰ ਪਤਾ ਲੱਗਣੀਆਂ ਚਾਹੀਦੀਆਂ ਨਾ, ਵੀ ਉਹ ਤਾਂ ਨਹੀਂ ਹੋਣਗੀਆਂ ਮੇਰਾ ਈਡੀ ਲੱਗਿਆ ਹੋਇਆ ਵਰਬ ਲੱਗੇ ਇਹ ਚੀਜ਼ਾਂ, ਪਰ ਮੈਨੂੰ ਪਤਾ ਵੀ ਇੱਥੇ ਮੇਰਾ ਮਿਸਿੰਗ ਸਬਜੈਕਟ ਆ, ਨਾ ਕਿ ਵਰਬ ਆ, ਆਬਜੈਕਟ ਆ, ਠੀਕ ਹੈ। ਇਹ ਚੀਜ਼ਾਂ ਨਾ ਹੈਲਪਿੰਗ ਵਰਬ ਆ, ਠੀਕ ਹੈ। ਤਾਂ ਉਹ ਚੀਜ਼ ਦਾ ਧਿਆਨ ਰੱਖਣਾ ਵਾ। ਫਿਰ ਤੁਸੀਂ ਦੇਖੋ ਕਿ ਬ੍ਰੈਕਟ ਆ ਜਾਵੇ, ਹੈਲਪਿੰਗ ਵਰਬ ਲੱਗੀ ਹੋਵੇ ਬ੍ਰੈਕਟ ਦੇ ਬਾਅਦ, ਜਿਵੇਂ ਆ ਦੇਖੋ ਕੈਨ ਲੱਗਿਆ ਹੋਇਆ ਇੱਥੇ, ਉਦੋਂ ਬਾਅਦ ਵਰਬ ਲੱਗੀ ਹੋਵੇ, ਆਬਜੈਕਟ ਵਰਬ ਲੱਗੀ ਹੋਵੇ, ਵਿਜ਼ਿਟ ਲੱਗਿਆ ਹੋਇਆ ਹੈ, ਆਬਜੈਕਟ ਕੁਛ ਵੀ ਚੀਜ਼ ਪਲੇਸਿਸ ਵਗੈਰਾ ਜਾਂ ਰਿਮੇਨਿੰਗ ਕੁਛ ਆਉਂਦਾ ਹੈ। ਹੁਣ ਮੈਨੂੰ ਪਤਾ ਲੱਗ ਗਿਆ ਵੀ ਸਬਜੈਕਟ ਹੈਲਪਿੰਗ ਵਰਬ ਆਉਂਦੀ ਹੁੰਦੀ, ਇੱਥੇ ਹੀ ਫਿਰ ਸਬਜੈਕਟ ਮਿਸਿੰਗ ਹੈ ਨਾ। ਹੈਲਪਿੰਗ ਵਰਬ ਦੇ ਵਿੱਚ ਉਹ ਸਾਡੀ ਹੈਲਪ ਕਰਦਾ ਹੈ। ਅਸੀਂ ਸਾਨੂੰ ਪਤਾ ਨਹੀਂ ਲੱਗਦਾ, ਅਸੀਂ ਵਰਬ ਚੱਕ ਕੇ ਲਾ ਦਿੰਦੇ, ਕਈ ਵਾਰੀ ਆਬਜੈਕਟ ਲਾਇਆ ਪਿਆ ਹੁੰਦਾ ਸਾਡਾ, ਆਬਜੈਕਟ ਚੀਜ਼ ਹੁੰਦੀ ਕੋਈ ਵੀ ਹੈ ਨਾ, ਤਾਂ ਇੱਦਾਂ ਲਾਏ ਪਏ ਹੁੰਦੇ, ਉਹ ਗਲਤ ਆਪਾਂ ਗਲਤ ਕਰ ਲੈਂਦੇ ਆਨਸਰਸ ਨੂੰ। ਉਹ ਕਹਿੰਦੇ ਡੈਸ਼ ਕੈਨ ਵਿਜ਼ਿਟ ਸਮ ਪਲੇਸਿਸ ਦੈਟ ਆਰ ਫੇਮਸ ਟੂ ਸੀ ਗੋਲਡ ਕੋਸਟ ਸਿਟੀ ਆਫ ਆਸਟ੍ਰੇਲੀਆ। ਆਪਾਂ ਚਲੇ ਗਏ, ਆਪਾਂ ਟਿਕ ਕੀਤਾ ਅੰਡਰਲਾਈਨ ਕਰਕੇ ਇਹਨੂੰ, ਅਤੇ ਆਪਾਂ ਪੈਸੇਜ ਦੇ ਵਿੱਚ ਚਲੇ ਗਏ। ਪੈਸੇਜ 'ਚ ਜਾ ਕੇ ਆਸਟ੍ਰੇਲੀਆ ਜਿੱਥੇ ਲਿਖਿਆ ਉੱਥੇ ਦੇਖਿਆ, ਆਪਾਂ ਉੱਥੇ ਵੀ ਅੰਡਰਲਾਈਨ ਕੀਤਾ। ਦਾਇਰਾ ਕਿੰਨਾ ਪੜ੍ਹਨਾ, ਫੁੱਲ ਸਟਾਪ ਟੂ ਫੁੱਲ ਸਟਾਪ। ਜਦੋਂ ਆਪਾਂ ਫੁੱਲ ਸਟਾਪ ਟੂ ਫੁੱਲ ਸਟਾਪ ਰੀਡ ਕਰਦੇ ਹਾਂ, ਉਸ ਦਾਇਰੇ ਨੂੰ ਰੀਡ ਕਰਦੇ ਹਾਂ, ਤਾਂ ਆਪਾਂ ਆਨਸਰ ਕੀ ਚੱਕਣਾ, ਸਬਜੈਕਟ ਆ। ਜਿਵੇਂ ਟੂਰਿਸਟਸ ਆ ਗਏ, ਠੀਕ ਹੈ, ਤਾਂ ਉਹ ਚੀਜ਼ ਆਪਾਂ ਕਹਿ ਸਕਦੇ ਟੂਰਿਸਟ ਕੈਨ ਵਿਜ਼ਿਟ ਸਮ ਪਲੇਸਿਸ ਦੈਟ ਆਰ ਫੇਮਸ ਟੂ ਸੀ ਗੋਲਡ ਕੋਸਟ, ਠੀਕ ਹੈ। ਉਹ ਕਹਿੰਦੇ ਕਿ ਫੇਮਸ ਆ ਟੂ ਸੀ ਗੋਲਡ ਕੋਸਟ ਸਿਟੀ ਆਫ ਆਸਟ੍ਰੇਲੀਆ ਨਾ, ਤਾਂ ਉਹ ਚੀਜ਼। ਵਾਈਲ ਸ਼ਬਦ ਲੱਗਾ ਹੋਵੇ ਬ੍ਰੈਕਟ ਦੇ ਮੂਹਰੇ, ਤਾਂ ਚਾਂਸਸ ਉਹਦੇ ING ਨਾਲ ਆਉਣ ਦੇ। ਆਨਸਰ ਵਾਈਲ ਐਕਸਪਲੋਰਿੰਗ ਦਾ ਆਪਸ਼ਨਸ ਵੀ ਮੈਟ ਹਿਮ, ਅਸੀਂ ਕੋਈ ਆਪਸ਼ਨਸ ਐਕਸਪਲੋਰ ਕਰ ਰਹੇ ਸੀ, ਤਾਂ ਅਸੀਂ ਉਹਨੂੰ ਮਿਲੇ, ਹੈ ਨਾ। ਤਾਂ ਉਹ ਇਟ ਸਿੰਗੂਲਰ ਆ, ਤੋ ਜਿਵੇਂ ਕਿ ਆਪਾਂ ਕਹਿ ਦਈਏ ਕਿ ਹਾਊਸ ਦੇ ਬਾਰੇ ਗੱਲ ਕਰਦੇ ਸਿੰਗੂਲਰ, ਇਟ ਇਜ਼ ਵੈਰੀ ਬਿਊਟੀਫੁਲ ਜਿੱਦਾਂ ਆਪਾਂ ਕਹਿੰਦੇ ਹਾਂ, ਤਾਂ ਇਟ ਆ। ਬਟ ਜੇਕਰ ਇਟ ਆ ਗਿਆ ਤਾਂ ਚਾਂਸਸ ਵਰਬ ਦੀ ਫਸਟ ਫਾਰਮ ਦਾ SES ਆਉਂਦਾ, ਜੇਕਰ ਪ੍ਰੈਜ਼ੈਂਟ ਇੰਡੈਫੀਨਿਟ ਦੇ ਵਿੱਚ ਹੋਵੇ। ਬਟ ਹੈਲਪਿੰਗ ਵਰਬ ਜ਼ਿਆਦਾਤਰ ਆਨਸਰ ਆਉਂਦੇ ਨਹੀਂ ਹੁੰਦੇ, ਅਤੇ ਇਟ ਦੇ ਬਾਅਦ ਵਰਬ ਦੀ ਫਸਟ ਫਾਰਮ ਦਾ SES ਆਊਗਾ। ਜਿੱਦਾਂ ਇਟ ਪਲੇਜ਼ ਐਨ ਇੰਪੋਰਟੈਂਟ ਰੋਲ ਆ ਜਾਊਗਾ, ਹੈ ਨਾ। ਤਾਂ ਦੇਖਣਾ ਵਿੱਚ ਆ ਗਿਆ, ਇਹ ਵੀ ਗ੍ਰਾਮੈਟੀਕਲ ਤੌਰ 'ਤੇ ਹੈ ਨਾ। ਵਿੱਚ ਦੇ ਬਾਅਦ ਵੀ ਆਪਾਂ ਵਿੱਚ ਇੱਕ ਸਬਜੈਕਟ ਨੂੰ ਸੰਬੋਧਨ ਹੁੰਦਾ, ਇਹ ਲਿੰਕਡ ਹੁੰਦਾ ਹੈ, ਮੈਂ ਤੁਹਾਨੂੰ ਅੱਗੇ ਦੱਸਦਾ। ਇਹਦੇ ਤੋਂ ਬਾਅਦ ਵਰਬ ਦੀ ਫਸਟ ਫਾਰਮ ਦਾ S ਜਾਂ ES ਆ ਸਕਦਾ ਹੈ, ਨਹੀਂ ਵੀ ਆ ਸਕਦਾ। ਹੁਣ ਦੇਖੋ ਧਿਆਨ ਦੇਣਾ, ਇਹਦੇ ਵਿੱਚ ਦਾ ਇਨਗਰੀਡੀਐਂਟ ਵਿੱਚ, ਹੁਣ ਇਨਗਰੀਡੀਐਂਟ ਸਿੰਗੂਲਰ ਆ, ਠੀਕ ਹੈ ਨਾ। ਦਾ ਇਨਗਰੀਡੀਐਂਟ ਵਿੱਚ ਹੁਣ ਸਿੰਗੂਲਰ ਆ, ਮਤਲਬ ਕਿ ਵਿੱਚ ਆ ਜਿਹੜਾ ਉਹ ਇਨਗਰੀਡੀਐਂਟ ਨੂੰ ਸੰਬੋਧਨ ਆ, ਇਨਗਰੀਡੀਐਂਟ ਹੀ ਵਿੱਚ ਆ ਅਤੇ ਵਿੱਚ ਹੀ ਇਨਗਰੀਡੀਐਂਟ ਆ, ਇਨਗਰੀਡੀਐਂਟ ਵਿੱਚ। ਹੁਣ ਇਹ ਸਿੰਗੂਲਰ ਨੂੰ ਸੰਬੋਧਨ ਆ, ਇਨਗਰੀਡੀਐਂਟ ਵਿੱਚ ਕਵਰਸ ਆਊਗਾ, ਕਿਉਂਕਿ ਵਰਬ ਦੀ ਫਸਟ ਫਾਰਮ ਦਾ SES ਆ ਜਾਂਦਾ, ਨਾ ਕਿ ਕਵਰ ਆਊਗਾ। ਜੇ ਤੇ ਇਨਗਰੀਡੀਐਂਟਸ ਹੁੰਦੇ ਫਿਰ ਕਵਰ ਆਉਣਾ ਸੀਗਾ ਆਪਣਾ। ਦ ਇਨਗਰੀਡੀਐਂਟ ਵਿਚ ਕਵਰਸ ਕਰਦਾ, ਦ ਲਾਰਜੈਸਟ ਪ੍ਰਪੋਰਸ਼ਨ ਇਜ਼ ਮਿਸਿੰਗ ਆ। ਹੁਣ ਮੈਨੂੰ ਪਤਾ ਲੱਗ ਗਿਆ ਕਿ ਮੇਰਾ ਇਨਗਰੀਡੀਐਂਟ ਕੀਵਰਡ ਆ,
तो मैं जाके ਲੱਭੂਗਾ ਇਨਗਰੀਡੀਐਂਟ ਪੈਸੇਜ ਦੇ ਵਿੱਚ ਜਿੱਥੇ ਮੈਨੂੰ ਮਿਲ ਗਿਆ, ਫੁੱਲ ਸਟਾਪ ਟੂ ਫੁੱਲ ਸਟਾਪ ਰੀਡ ਕਰਨਾ ਐਂਡ ਮੈਂ ਲੱਭਣੀ ਵਰਬ ਦੀ ਫਸਟ ਫਾਰਮ। ਮੈਨੂੰ ਪਤਾ ਲੱਗ ਜੂ ਵਰਬ ਦੀ ਫਸਟ ਫਾਰਮ ਦਾ ਐਸ ਜਾਂ ਈ ਐਸ ਲੱਗਿਆ ਹੋਊਗਾ, ਤਾਂ ਉਸ ਕੰਡੀਸ਼ਨ ਦੇ ਵਿੱਚ ਮੈਂ ਕੇਅਰਫੁਲ ਹੋ ਜਾਊਗਾ। ਠੀਕ ਹੈ। ਐਡਜੈਕਟਿਵ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਐਡਜੈਕਟਿਵ ਦੇ ਬਾਅਦ ਨਾउन ਆਉਂਦਾ ਹੈ, ਇਹ ਚੀਜ਼ ਪਹਿਲਾਂ ਮੈਂ ਤੁਹਾਨੂੰ ਸਮਝਾਈ ਹੋਈ ਹੈ। ਜਿੱਦਾਂ ਦੇਖੋ ਦ ਕ੍ਰਾਈਮ ਇਜ਼ ਅ ਬਿਗ, ਹੁਣ ਬਿਗ ਆ ਜਿਹੜਾ ਐਡਜੈਕਟਿਵ ਆ, ਹੁਣ ਆ ਦੇਖੋ ਆ ਸ਼ਬਦ ਲੱਗਾ ਹੈ, ਇਹ ਨਾउन ਨੂੰ ਸੰਬੋਧਨ, ਬਟ ਨਾउन ਤੋਂ ਇਹ ਨਾउन ਆ ਜਿਹੜਾ ਆਰਟੀਕਲ ਆ ਇਹਦੇ ਬਾਅਦ ਐਡਜੈਕਟਿਵ ਆਉਂਦਾ ਹੁੰਦਾ ਤੇ ਨਾउन ਆ ਜਾਂਦਾ ਹੈ। ਬਟ ਕਈ ਵਾਰੀ ਕੀ ਹੁੰਦਾ ਐਡਜੈਕਟਿਵ ਆਉਂਦਾ ਹੈ, ਐਡਜੈਕਟਿਵ ਸੌਰੀ ਨਹੀਂ ਆਉਂਦਾ ਗਾ ਤੇ ਨਾउन ਸਿੱਧਾ ਆ ਜਾਂਦਾ ਹੈ। ਹੁਣ ਇੱਥੇ ਐਡਜੈਕਟਿਵ ਆ ਗਿਆ, ਦੇਖੋ ਦ ਕ੍ਰਾਈਮ ਇਜ਼ ਅ ਬਿਗ ਡੈਸ਼। ਹੁਣ ਇੱਥੇ ਆ ਗਿਆ ਪ੍ਰੋਬਲਮ ਇਨ ਇੰਡੀਆ ਟੂਡੇ ਦੈਨ ਦ ਪ੍ਰੀਵੀਅਸ ਈਅਰ। ਮੈਨੂੰ ਪਤਾ ਲੱਗ ਗਿਆ ਇੰਡੀਆ ਮੇਰਾ ਕੀਵਰਡ ਆ, ਮੈਂ ਪੈਸੇਜ 'ਚ ਜਾ ਕੇ ਇੰਡੀਆ ਸ਼ਬਦ ਨੂੰ ਫਾਈਂਡ ਕੀਤਾ। ਠੀਕ ਹੈ। ਜਦੋਂ ਮੈਂ ਫਾਈਂਡ ਕਰ ਲਿਆ ਇਹਨੂੰ ਤਾਂ ਮੈਂ ਦਾਇਰਾ ਕਿੰਨਾ ਪੜ੍ਹਨਾ, ਫੁੱਲ ਸਟਾਪ ਟੂ ਫੁੱਲ ਸਟਾਪ ਮੈਂ ਇਹਨੂੰ ਰੀਡ ਕਰਨਾ ਦਾਇਰੇ ਨੂੰ, ਐਂਡ ਮੈਂ ਆਨਸਰ ਫਾਈਂਡ ਕਰਨਾ ਕੀ ਆ। ਐਂਡ ਜ਼ਿਆਦਾਤਰ ਚਾਂਸਿਸ ਹੋਣਗੇ ਪੈਸੇਜ ਦੇ ਵਿੱਚ ਤੁਹਾਡੇ ਐਡਜੈਕਟ ਦਾ ਸਿਨੋਨਿਮ ਹੋਊਗਾ, ਬਿਗ ਦਾ ਉੱਥੇ ਸ਼ਬਦ ਲਾਰਜ ਲੱਗਿਆ ਹੋ ਸਕਦਾ ਹੈ। ਇਹ ਚੀਜ਼ ਨੂੰ ਧਿਆਨ 'ਚ ਰੱਖਣਾ ਪਲੀਜ਼। ਠੀਕ ਹੈ ਨਾ, ਕਿਉਂਕਿ ਉਹ ਸਿਨੋਨਿਮਸ ਯੂਜ਼ ਕਰਦੇ ਆ। ਮੋਡਲਸ ਕਈ ਵਾਰੀ ਯੂਜ਼ ਕਰਦੇ ਹੋ ਜਿਵੇਂ ਬ੍ਰੈਕਟ ਤੋਂ ਬਾਅਦ, ਠੀਕ ਹੈ, ਮੋਡਲਸ ਪਹਿਲਾਂ ਆ ਜਾਂਦੇ ਬ੍ਰੈਕਟ ਤੋਂ। ਠੀਕ ਹੈ ਨਾ, ਜਿਵੇਂ ਇੱਥੇ ਵੈਲ ਲੱਗਿਆ, ਵੈਲ ਹੋ ਗਿਆ, ਸ਼ੈਲ ਹੋ ਗਿਆ, ਵੁੱਡ ਹੋ ਗਿਆ, ਕੈਨ ਹੋ ਗਿਆ, ਕੁੱਡ ਹੋ ਗਿਆ, ਇੱਦਾਂ ਦੇ। ਇਹਨਾਂ ਤੋਂ ਬਾਅਦ ਵਰਬ ਦੀ ਕੀ ਆਉਂਦੀ, ਫਸਟ ਫਾਰਮ ਆਉਂਦੀ ਹੈ। ਇਹ ਚੀਜ਼ਾਂ ਦਾ ਵੀ ਆਈ ਵਿਲ ਡੈਸ਼ ਦ ਵਰਕ ਦਿਸ ਮਾਰਨਿੰਗ, ਆਈ ਵਿਲ ਕੰਪਲੀਟ ਦ ਵਰਕ ਦਿਸ ਮਾਰਨਿੰਗ, ਹੈ ਨਾ। ਤੋ ਇਹ ਚੀਜ਼ ਨੂੰ ਆਪਾਂ ਧਿਆਨ 'ਚ ਰੱਖਣਾ ਪੂਰਾ। ਗ੍ਰਾਮੈਟੀਕਲ ਤੌਰ 'ਤੇ ਰੀਡਿੰਗ ਨੂੰ ਆਪਾਂ ਸੌਟ ਆਊਟ ਕਰਾਂਗੇ ਤਾਂ ਰੀਡਿੰਗ ਦੇ ਫਿਲਿੰਗ ਦ ਬਲੈਂਕਸ ਕਦੇ ਵੀ ਔਖੇ ਨਹੀਂ ਲੱਗਣਗੇ, ਹੈ ਨਾ। ਬਟ ਇਟਸ ਨੋਟ ਅਬਾਊਟ ਹੈ ਨਾ ਗ੍ਰਾਮੈਟੀਕਲ ਤੌਰ 'ਤੇ ਕੀਵਰਡ, ਠੀਕ ਹੈ, ਗ੍ਰਾਮਰ। ਜੇਕਰ ਤੁਹਾਨੂੰ ਕੀਵਰਡ ਆਉਣ ਲੱਗੇ, ਤੁਹਾਨੂੰ ਕੁਛ ਕੁ ਗ੍ਰਾਮਰ ਦੀਆਂ ਟੈਕਨੀਕ ਪਤਾ ਲੱਗ ਗਈਆਂ, ਤਾਂ ਇਹ ਨਹੀਂ ਕਿ ਤੁਹਾਨੂੰ ਰੀਡਿੰਗ ਦੇ ਫਿਲਿੰਗ ਦ ਬਲੈਂਕਸ ਕਰਨੇ ਆ ਗਏ ਜਾਂ ਲਿਸਨਿੰਗ ਦੇ ਫਿਲਿੰਗ ਦ ਬਲੈਂਕਸ ਕਰ ਰਹੇ ਹੋ ਤੁਸੀਂ। ਇਸ ਤੋਂ ਇਲਾਵਾ ਤੁਹਾਡੇ ਕੋਲ ਗੁੱਡ ਆਪਾਂ ਕਹਿ ਸਕਦੇ ਗੁੱਡ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ। ਪ੍ਰੋਬਲਮ ਕਿੱਥੇ ਆਉਂਦੀ ਆ, ਸਟੂਡੈਂਟ ਕੋਲ ਕੀਵਰਡ, ਇਕੱਲੇ ਕੀਵਰਡ ਦੇ ਨਾਲ ਹੀ ਉਹਨਾਂ ਨੂੰ ਐਂ ਲੱਗਦਾ ਵੀ ਸਾਨੂੰ ਰੀਡਿੰਗ ਕਰਨੀ ਆਉਂਦੀ ਆ, ਕਿਉਂਕਿ ਉਹ ਕੁਐਸਚਨ ਦੇ ਵਿੱਚੋਂ ਕੀਵਰਡ ਚੱਕਦੇ ਆ ਅਤੇ ਪੈਸੇਜ ਦੇ ਵਿੱਚ ਚਲੇ ਜਾਂਦੇ, ਉੱਥੇ ਲੱਭ ਲੈਂਦੇ। ਉਹਨਾਂ ਨੂੰ ਐਂ ਹੁੰਦਾ ਵੀ ਪਤਾ ਨਹੀਂ ਰੀਡਿੰਗ ਦੀ ਪ੍ਰੋਬਲਮ ਆ, ਮੈਥੋਂ ਰੀਡਿੰਗ ਹੀ ਟਫ ਆ। ਨਹੀਂ, ਰੀਡਿੰਗ ਉਹ ਕੀਵਰਡ ਕੁਐਸਚਨ 'ਚ ਚੱਕਦੇ, ਪੈਸੇਜ 'ਚ ਜਾ ਕੇ ਕਹਿ ਦਿੰਦੇ ਸਾਨੂੰ ਲੱਭਦਾ ਨਹੀਂ, ਆਨਸਰ ਲੱਭਦਾ ਨਹੀਂ ਗਾ। ਦਾਇਰੇ ਉਸੇ 'ਚ ਹੀ ਹੁੰਦੇ ਆ, ਜਦੋਂ ਆਨਸਰ ਚੈੱਕ ਕਰਦੇ ਉਹਨਾਂ ਨੂੰ ਪਤਾ ਹੁੰਦਾ ਵੀ ਮੈਂ ਕੋਲੇ ਹੀ ਸੀ ਆਨਸਰ ਦੇ, ਬਟ ਮੈਂ ਚੱਕ ਨਹੀਂ ਪਾਇਆ ਕਿਉਂਕਿ ਉਹਨੂੰ ਇੱਕ ਤਾਂ ਗ੍ਰਾਮਰ ਦਾ ਨਹੀਂ ਪਤਾ ਹੁੰਦਾ ਗਾ ਕਿ ਗ੍ਰਾਮੈਟੀਕਲ ਤੌਰ 'ਤੇ ਕੁਐਸਚਨ ਡਿਮਾਂਡ ਕੀ ਕਰ ਰਿਹਾ। ਸਾਨੂੰ ਜਦੋਂ ਕੁਐਸਚਨ ਦੀ ਡਿਮਾਂਡ ਹੀ ਨਹੀਂ ਪਤਾ ਗੀ, ਉਦੋਂ ਅਸੀਂ ਆਨਸਰਸ ਨੂੰ ਪਿਕ ਨਹੀਂ ਕਰ ਪਾਵਾਂਗੇ। ਡਿਮਾਂਡ ਪਤਾ ਹੋਣ ਦੇ ਲਈ ਸਾਨੂੰ ਕਿਵੇਂ ਪਤਾ ਲੱਗੂਗੀ ਕੀ ਡਿਮਾਂਡ ਕਰਦਾ, ਤਾਂ ਸਾਨੂੰ ਗੁੱਡ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ। ਤਾਂ ਅੰਡਰਸਟੈਂਡਿੰਗ ਦੇ ਲਈ ਕੀ ਕਰ ਸਕਦੇ ਆਪਾਂ, ਇਹ ਚੀਜ਼ ਨੂੰ ਧਿਆਨ ਨਾਲ ਦੇਖਣਾ। ਮਸਟ ਰੀਡ ਅ ਪੈਸੇਜ ਇਨ ਅ ਡੇ ਟੂ ਡਿਵੈਲਪ ਰੀਡਿੰਗ ਕੀ ਆ ਵੀ ਇੰਟਰਸਟ। ਪਹਿਲੀ ਗੱਲ ਤਾਂ ਇੰਟਰਸਟ ਡਿਵੈਲਪ ਕਰਨ ਦੇ ਲਈ ਤੁਹਾਨੂੰ ਕੁਛ ਨਾ ਕੁਛ ਨਹੀਂ ਇੱਕ ਪੈਸੇਜ ਪੜ੍ਹ ਸਕਦੇ ਆ, ਕੁਛ ਕੁ ਪੈਰਾਗ੍ਰਾਫਸ ਨੂੰ ਪੜ੍ਹੋ ਕਿ ਤੁਹਾਡੀ ਅੰਡਰਸਟੈਂਡਿੰਗ ਡਿਵੈਲਪ ਹੋਵੇ। ਜੇਕਰ ਤੁਸੀਂ ਉਹ ਪੈਰਾਗ੍ਰਾਫਸ ਨੂੰ ਪੜ੍ਹੋਗੇ ਤਾਂ ਦੈਟ ਮਸਟ ਹੈਲਪ ਯੂ ਟੂ ਡਿਵੈਲਪ ਯੂਰ ਅੰਡਰਸਟੈਂਡਿੰਗ, ਉਹ ਤੁਹਾਡੀ ਮਦਦ ਕਰੂਗਾ ਅੰਡਰਸਟੈਂਡਿੰਗ ਨੂੰ ਡਿਵੈਲਪ ਕਰਨ ਦੇ ਲਈ। ਬਟ ਜੇਕਰ ਤੁਸੀਂ ਉਹ ਪੈਰਾਗ੍ਰਾਫਸ ਨੂੰ ਨਹੀਂ ਪੜ੍ਹੋਗੇ, ਤੁਹਾਡੀ ਅੰਡਰਸਟੈਂਡਿੰਗ ਨਹੀਂ ਡਿਵੈਲਪ ਹੁੰਦੀ, ਤਾਂ ਤੁਸੀਂ ਰੀਡਿੰਗ ਨੂੰ ਨਹੀਂ ਸੌਟ ਆਊਟ ਕਰ ਸਕਦੇ। ਉਹ ਤੁਹਾਡੇ ਲਈ ਚੈਲੰਜਿੰਗ ਰਹੂਗੀ। ਭਾਵੇਂ ਤੁਸੀਂ ਗ੍ਰਾਮਰ ਦੀਆਂ, ਭਾਵੇਂ ਤੁਹਾਡੇ ਕੋਲ ਕੀਵਰਡ ਆ, ਭਾਵੇਂ ਤੁਹਾਡੇ ਕੋਲ ਗ੍ਰਾਮਰ ਦੀਆਂ ਟੈਕਨੀਕਸ ਹੈਗੀਆਂ ਨੇ, ਠੀਕ ਹੈ ਨਾ, ਕੀਵਰਡ ਹੈਗਾ, ਗ੍ਰਾਮਰ ਹੈਗੀ ਤੁਹਾਡੇ ਕੋਲ, ਠੀਕ ਹੈ ਨਾ, ਤੁਹਾਡੀ ਉਹਨਾਂ 'ਚ ਕਰੋ ਸੈੱਟ ਨਹੀਂ ਹੋਣਾ ਕੰਮ। ਤੋ ਅੰਡਰਸਟੈਂਡਿੰਗ ਕਿਵੇਂ ਵੱਧਦੀ ਆ, ਸਾਡੇ ਕੋਲ ਕਲੈਕਟ ਵੋਕੈਬਲਰੀ ਇਨ ਰੀਡਿੰਗ। ਤੁਸੀਂ ਕਲੈਕਟ ਕਰਨੀ ਹੁੰਦੀ ਵੋਕੈਬਲਰੀ ਰੀਡਿੰਗ ਦੇ ਵਿੱਚ, ਹੈ ਨਾ। ਕਿਵੇਂ ਕਲੈਕਟ ਕਰਨੀ, ਉਹ ਚੀਜ਼ ਦਾ ਧਿਆਨ ਰੱਖਣਾ ਹੈ ਕਿ ਤੁਹਾਨੂੰ ਕੋਈ ਵੀ ਸ਼ਬਦ ਡਿਫੀਕਲਟ ਲੱਗਦਾ, ਕੋਈ ਨਵਾਂ ਦੇਖਿਆ ਸ਼ਬਦ, ਕੋਈ ਤੁਸੀਂ ਅਵੇਅਰ ਨਹੀਂ ਉਸ ਸ਼ਬਦ ਦੇ ਪ੍ਰਤੀ, ਠੀਕ ਹੈ, ਤਾਂ ਉਸ ਨੂੰ ਕਲੈਕਟ ਕਰ ਲਓ, ਆਪਣੀ ਡਾਇਰੀ 'ਤੇ ਲਿਖੋ, ਉਹਦਾ ਮੀਨਿੰਗ ਫਾਈਂਡ ਆਊਟ ਕਰੋ, ਤੁਹਾਨੂੰ ਅੱਗੇ ਨਾ ਉਹ ਸ਼ਬਦ ਡਿਫੀਕਲਟੀ ਕ੍ਰੀਏਟ ਕਰੇ। ਕਿਉਂਕਿ ਰੀਡਿੰਗ ਇਜ਼ ਵੋਕੈਬਲਰੀ ਟੈਸਟ। ਜਿੰਨੀ ਤੁਹਾਡੇ ਕੋਲ ਵੋਕੈਬਲਰੀ ਸੋਲਿਡ ਹੈ, ਜਿੰਨੀ ਤੁਹਾਨੂੰ ਜ਼ਿਆਦਾ ਵੋਕੈਬਲਰੀ ਤੁਹਾਡੇ ਕੋਲ ਹੈ, ਤੁਹਾਨੂੰ ਆਉਂਦੇ ਸ਼ਬਦ ਪਤਾ ਹੈ ਤੁਹਾਨੂੰ, ਉਹਨਾਂ ਤੁਸੀਂ ਅੰਡਰਸਟੈਂਡਿੰਗ ਨੂੰ ਡਿਵੈਲਪ ਕਰ ਸਕਦੇ ਆ, ਉਨਾ ਹੀ ਤੁਸੀਂ ਆਨਸਰਸ ਨੂੰ ਸੌਟ ਆਊਟ ਕਰ। ਗਿਵ ਅ ਮੋਰ ਟਾਈਮ ਟੂ ਦ ਕੁਐਸਚਨ। ਇੱਕ ਆਹ ਚੀਜ਼ ਪਲੀਜ਼ ਸਮਝਣਾ ਜ਼ਰੂਰ, ਟੂ ਅੰਡਰਸਟੈਂਡ ਦੈਨ ਫਾਈਂਡਿੰਗ ਦ ਆਨਸਰ ਸੂਨ। ਪ੍ਰੋਬਲਮ ਕੀ ਆਉਂਦੀ, ਅਸੀਂ ਕੁਐਸਚਨ ਨੂੰ ਤਾਂ ਅੰਡਰਸਟੈਂਡ ਕਰਦੇ ਨਹੀਂ ਗੇ, ਠੀਕ ਹੈ, ਫਾਈਂਡਿੰਗ ਆਨਸਰ ਅਸੀਂ ਲੱਭੀ ਜਾਂਦੇ ਹੁੰਦੇ। ਤਾਂ ਪਹਿਲਾਂ ਕੁਐਸਚਨ ਨੂੰ ਗੌਰ ਨਾਲ ਸਮਝਣਾ, ਫਿਰ ਆਨਸਰ ਨੂੰ ਕਰਨਾ। ਕਿਉਂਕਿ ਜੇਕਰ ਸਾਡੇ ਕੁਐਸਚਨ ਨਹੀਂ ਸਮਝ 'ਚ, ਤਾਂ ਆਨਸਰ ਸਾਨੂੰ ਲੱਭਣਾ ਹੀ ਨਹੀਂ ਗਾ, ਜਿੰਨਾ ਮਰਜ਼ੀ ਜ਼ੋਰ ਲਾ ਲਈਏ ਅਸੀਂ।
ਕੁਐਸਚਨ ਨੂੰ ਬੈਟਰ ਸਮਝੇ, ਡਿਮਾਂਡ ਕੀ ਆ, ਫਿਰ ਜਾ ਕੇ ਆਨਸਰ ਨੂੰ ਕਰਨਾ। ਪ੍ਰੈਕਟਿਸ ਐਕਸਟਰਾ ਰੀਡਿੰਗ ਐਟ ਹੋਮ, ਜਦੋਂ ਵੀ ਤੁਹਾਡੇ ਕੋਲ ਸਮਾਂ ਆਉਂਦਾ ਤਾਂ ਐਕਸਟਰਾ ਰੀਡਿੰਗ ਕਰੋ, ਟੈਕਨੀਕਸ ਨੂੰ ਸਿੱਖ ਕੇ ਤੁਹਾਡੀ ਹੈਲਪ ਕਰੂਗਾ। ਠੀਕ ਹੈ, ਇਹ ਰੀਡਿੰਗ ਦੇ ਆ। ਹੋ ਸਕਦਾ ਮੈਨੂੰ ਬੋਲਦੇ ਟਾਈਮ ਕੋਈ ਮਿਸਟੇਕ ਕੀਤੀ ਹੋਵੇ ਡੈਫੀਨੇਟਲੀ, ਬਟ ਇਹਦੇ ਵਿੱਚ ਕੋਈ ਡਾਊਟਸ ਹੋਣ ਤੁਸੀਂ ਤਾਂ ਯੂ ਕੈਨ ਟੈਕਸਟ ਕਰ ਸਕਦੇ ਆ ਐਂਡ ਕਲੀਅਰ ਕਰ ਸਕਦੇ ਆ। ਐਂਡ ਇਹ ਤੁਹਾਨੂੰ ਫਿਲਿੰਗ ਦਾ ਬਲੈਂਕਸ ਬਹੁਤ ਜ਼ਿਆਦਾ ਹੈਲਪ ਕਰਨਗੇ ਤੁਹਾਡੀ ਰੀਡਿੰਗ ਨੂੰ ਅਤੇ ਲਿਸਨਿੰਗ ਨੂੰ ਇੰਪਰੂਵ ਕਰਨ ਦੇ ਲਈ। ਥੈਂਕ ਯੂ ਸੋ ਮਚ।